ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਕਰਤੇ ਪੁਰਖ ਮਾਲਕ ਸੱਚੇ ਪਾਤਸ਼ਾਹ ਜੀ ਨੇ ਅਪਾਰ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ। ਆਪਣੇ ਦਰ ਘਰ ਤੋਂ ਅਸੀਸ ਬਖਸ਼ਿਸ਼ ਕੀਤੀ, ਸਾਨੂੰ ਇਸ ਯੋਗ ਬਣਾਇਆ ਅਸੀਂ ਇਕੱਠੇ ਹੋ ਕੇ ਜੁੜੀਏ, ਉਹਦੇ ਦਰ ਘਰ ਦੀਆਂ ਗੱਲਾਂ ਨੂੰ ਆਪੋ 'ਚ ਵਿਚਾਰੀਏ ਔਰ ਇਸ ਵਿੱਚੋਂ ਜੀਵਨ ਦੀ ਸੇਧ ਲੈ ਕੇ ਆਉਣ ਵਾਲਾ ਸਮਾਂ ਗੁਰਮਤਿ ਅਨੁਸਾਰੀ ਹੋ ਕੇ ਬੀਤ ਜਾਏ। ਉਸ ਦੀ ਕਿਰਪਾ ਰਹਿਮਤ ਬਖਸ਼ਿਸ਼ ਸਦਕਾ ਹੀ ਲਗਭਗ 4 ਮਹੀਨਿਆਂ ਤੋਂ ਆਪਾਂ ਇਹ ਲਗਾਤਾਰ ਸਿੱਧ ਗੋਸ਼ਟ ਦੀ ਵਿਚਾਰ, ਗੁਰਬਾਣੀ ਵਿਆਕਰਨ ਦੇ ਸਰਲ ਨਿਯਮ, ਫਿਲਾਸਫੀ, ਇਤਿਹਾਸਕ ਲੈਕਚਰ ਔਰ ਸਵਾਲ ਜਵਾਬ ਲਗਭਗ ਸ਼ੁਰੂ ਤੋਂ ਹੀ ਚੱਲਦੇ ਆ ਰਹੇ ਹਨ। ਸਿੱਧ ਗੋਸ਼ਟ ਦੀ ਲੜੀਵਾਰ ਵਿਚਾਰ ਜੋ ਹਫ਼ਤੇ ਵਿੱਚ ਅਸੀਂ 3 ਦਿਨ ਕਰਦੇ ਹਾਂ, ਹਰ ਮੰਗਲਵਾਰ, ਬੁੱਧਵਾਰ, ਵੀਰਵਾਰ, ਉਹਦੇ ਵਿੱਚ ਅਸੀਂ 67th ਪੌੜੀਆਂ ਦੀ ਵਿਚਾਰ ਅੱਗੇ ਕਰ ਚੁੱਕੇ ਹਾਂ। ਅੱਜ 68ਵੀਂ ਪੌੜੀ ਦੀ ਵਿਚਾਰ ਅੱਜ ਅਸੀਂ ਕਰਨੀ ਹੈ। ਅੱਜ ਦੀ ਪੌੜੀ ਬਹੁਤ ਹੀ ਡੂੰਘੇ ਅਰਥਾਂ ਵਾਲੀ ਹੈ, ਸਮਝਣ ਵਾਲੀ ਹੈ। ਜਿੰਨੀ ਕੁ ਮਾਲਕ ਨੇ ਸੂਝ-ਬੂਝ ਬਖਸ਼ੀ, ਜੋ ਸਮਝ ਆਈ, ਉਹ ਆਪ ਜੀ ਨਾਲ ਸਾਂਝਾ ਕਰਨ ਦੇ ਯਤਨ ਕਰਾਂਗਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹਨ, ਕਿਤ ਕਿਤ ਬਿਦ ਜਗ ਉਪਜੈ ਭਉ ਪੁਰਖਾ, ਕਿਤ ਕਿਤ ਦੁਖ ਬਿਨ ਸਜਾਈ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁਖ ਪਾਈ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁਖ ਬਿਨ ਸਜਾਈ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁਖ ਪਾਈ, ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ, ਹਉਮੈ ਸ਼ਬਦ ਜਲਾਏ, ਤਨ ਮਨ ਨਿਰਮਲ ਨਿਰਮਲ ਬਾਣੀ, ਸਾਚੈ ਰਹਿ ਸਮਾਏ, ਨਾਮੇ ਨਾਮ ਰਹਿ ਬੈਰਾਗੀ, ਸਾਚ ਰਖਿਆ ਉਰ ਧਾਰੇ, ਨਾਨਕ ਬਿਨ ਨਾਵੇਂ ਜੋਗ ਕਦੇ ਨਾ ਹੋਵੈ,
देखो हृदय विचारे, ना नामे नाम रहे बैरागी, साच रखिया और धारे। नानक बिन नावे जोग कदे ना होवै, देखो हृदय विचारे। सतगुरु जी दे ਇਹ ਪਾਵਨ ਪਵਿੱਤਰ ਬਚਨ ਸਿੱਧ ਗੋਸ਼ਟ ਸਿਰਲੇਖ ਹੇਠ ਸਿੱਧਾਂ ਨਾਲ ਹੋਈ ਵਿਚਾਰ ਚਰਚਾ ਦੇ 68ਵੇਂ ਪਦੇ ਵਿੱਚ ਦਰਜ ਹਨ। ਕੱਲ ਜੋ 67ਵੀਂ ਪੌੜੀ ਦੀ ਵਿਚਾਰ ਅਸੀਂ ਕੀਤੀ ਸੀ, ਉਹਦੇ ਵਿੱਚ ਸਤਿਗੁਰੂ ਜੀ ਨੇ ਇਹ ਗੱਲ ਸਮਝਾਈ ਸੀ, ਸਿੱਧਾਂ ਦੇ ਪਹਿਲੇ ਸਵਾਲਾਂ ਦੇ ਉੱਤਰ ਦਿੰਦਿਆਂ ਹੋਇਆਂ, ਕਿ ਸਿੱਧੋ ਜਦੋਂ ਇਹ ਹਿਰਦਾ ਦੇ ਨਹੀਂ ਸੀ, ਉਦੋਂ ਮਨ ਵਿਰਾਗ ਮਨ ਪ੍ਰੇਮ ਰੂਪ ਵਿੱਚ ਰੰਗਿਆ ਹੋਇਆ ਉਸ ਪਰਮੇਸ਼ਰ ਵਿੱਚ, ਨਿਰਗੁਣ ਸਰੂਪ ਪਰਮੇਸ਼ਰ ਵਿੱਚ ਹੀ ਟਿਕਿਆ ਹੋਇਆ ਸੀ। ਜਦੋਂ ਇਹ ਦੇਹ ਤੇ ਸਰੀਰ ਨਹੀਂ ਸੀ ਬਣਿਆ, ਉਦੋਂ ਨਾਭੀ ਵੀ ਨਹੀਂ ਸੀ ਬਣੀ, ਭਾਵ ਸਵਾਸ ਹੀ ਨਹੀਂ ਸਨ ਚੱਲਦੇ। ਕਿ ਸਰੀਰ ਹੋਵੇ ਤਾਂ ਹੀ ਸਵਾਸਾਂ ਨੇ ਚੱਲਣਾ ਸੀ। ਜਦ ਦੇਹ ਦੀ ਸਰੀਰ ਦੀ ਹੋਂਦ ਹੀ ਨਹੀਂ ਸੀ, ਤਾਂ ਉਸ ਵੇਲੇ ਇਹ ਨਾਭੀ ਵੀ ਨਹੀਂ ਸੀ ਬਣੀ, ਫਿਰ ਉਹਨੂੰ ਆਸਰੇ ਦੀ ਲੋੜ ਹੀ ਨਹੀਂ ਸੀ। ਇਹ ਪ੍ਰਾਣ ਪ੍ਰਭੂ ਦੇ ਪ੍ਰੇਮੀ ਬਣ ਕੇ ਉਸ ਪ੍ਰਭੂ ਵਿੱਚ ਹੀ ਟਿਕੇ ਹੋਏ ਸਨ। ਭਾਵ ਇਹ ਪ੍ਰਾਣਾਂ ਦਾ ਮੂਲ ਪਰਮੇਸ਼ਰ ਆਪ ਹੈ। ਇਨਸਾਨ ਜੀਵਨ ਦੀ, ਮਨੁੱਖ ਦੀ ਜ਼ਿੰਦਗੀ ਦਾ ਮੂਲ ਪਰਮੇਸ਼ਰ ਹੈ। ਉਹਦੇ ਹੱਥ ਵਿੱਚ ਇਹ ਜੀਵਨ ਦੀ ਡੋਰ ਹੈ, ਉਹਦੇ ਹੱਥ ਵਿੱਚ ਹੀ ਇਹ ਜਨਮ ਹੈ, ਉਹਦੇ ਹੱਥ ਵਿੱਚ ਹੀ ਮੌਤ ਹੈ। ਫਿਰ ਇੱਕ ਸ਼ਬਦ ਕੱਲ ਆਪਾਂ ਵਿਚਾਰ ਕੀਤੀ ਸੀ, ਅਕੁਲੀਨ। ਕੱਲ ਇਹਦੇ ਅਰਥ ਕਰਨ ਲੱਗਿਆ ਇਹ ਹੀਨ ਲਫ਼ਜ਼ ਵੱਖਰਾ ਕਰਕੇ ਕੀਤਾ, ਲੇਕਿਨ ਇਹ ਅਰਥ ਨਹੀਂ ਹਨ। ਜੋ ਵਿਚਾਰ ਹੋਈ ਉਸ ਤੋਂ ਬਾਅਦ ਇਹ ਹੈ ਕੁਲੀਨ ਤੋਂ ਬਣਿਆ ਅਕੁਲੀਨ। ਕੁਲੀਨ ਉੱਚੀ ਕੁੱਲ ਵਾਲਾ, ਕੁਲੀਨ ਦਾ ਅਰਥ ਹੈ ਉੱਚੀ ਕੁੱਲ ਵਾਲਾ। ਅਤਿ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉੱਥੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਵੀ ਕੁਲੀਨ ਦਾ ਅਰਥ ਹੈ ਉੱਚੀ ਕੁੱਲ ਵਾਲਾ, ਸੋਹਣਾ ਹੋਵੇ, ਅਤਿ ਸੁੰਦਰ ਹੋਵੇ, ਉੱਚੀ ਕੁੱਲ ਵਾਲਾ ਹੋਵੇ, ਸਿਆਣਾ ਚਤਰ ਚਲਾਕ ਹੋਵੇ, ਮੁੱਖੋਂ ਆਪਣੇ ਆਪ ਨੂੰ ਗਿਆਨਵਾਨ ਵੀ ਕਹਿੰਦਾ ਹੋਵੇ, ਧਨਵਾਨ ਵੀ ਹੋਵੇ। ਪਰ ਇਹਨਾਂ ਚੀਜ਼ਾਂ ਦੀ ਸਤਿਗੁਰ ਕਹਿੰਦੇ ਕੋਈ ਵੈਲਿਊ ਨਹੀਂ ਜੇ ਉਹਦੇ ਅੰਦਰ ਪਰਮੇਸ਼ਰ ਦੀ ਬੰਦਗੀ ਨਹੀਂ ਹੈ। ਮਿਰਤਕ ਕਹੀਆਂ ਨਾਨਕਾ ਤੇ ਪ੍ਰੀਤ ਨਹੀਂ ਭਗਵੰਤ। ਇੱਥੇ ਅੱਜ ਲਫ਼ਜ਼ ਕੱਲ ਆਇਆ ਸੀ, ਕੁਲੀਨ ਤੋਂ ਬਣਿਆ ਸੀ, ਅੱਗੇ ਆੜਾ ਲਾ ਕੇ ਅਕੁਲੀਨ, ਭਾਵ ਕੁੱਲਹੀਨ, ਜਿਹਦੀ ਕੋਈ ਕੁੱਲ ਨਹੀਂ ਹੈ। ਇਹ ਕੱਲ ਦੀ ਪੌੜੀ ਦੇ ਲਈ ਇੱਕ ਸੁਧਾਈ ਹੈ। ਬੇਨਤੀ ਹੈ ਕਿ ਆਪ ਜੀ ਨੇ ਜੇ ਕੱਲ ਸੁਣਿਆ ਹੋਵੇ ਤਾਂ ਉੱਥੇ ਇਹ ਲਫ਼ਜ਼ ਨੂੰ ਠੀਕ ਤਰ੍ਹਾਂ ਉਚਾਰਨ ਦਾ ਜਿਹੜਾ ਉਹ ਆਪ ਜੀ ਨੇ ਕਰ ਲੈਣਾ। ਉਸ ਵੇਲੇ ਕੱਲ ਗੁਰੂ ਸਾਹਿਬ ਜੀ ਨੇ ਕਿਹਾ ਵੀ ਜਦੋਂ ਜਗਤ ਦਾ ਕੋਈ ਰੂਪ ਨਹੀਂ ਸੀ, ਕੋਈ ਰੰਗ ਨਹੀਂ ਸੀ, ਜਦੋਂ ਉਹਦੀ ਕੋਈ ਜਾਤ ਨਹੀਂ ਸੀ, ਪਰਮੇਸ਼ਰ ਜੋ ਕੁੱਲਹੀਨ ਹੈ, ਉਦੋਂ ਜਿਹੜਾ ਸ਼ਬਦ ਸੰਸਾਰ ਭਵਜੋਂ ਤੋਂ ਤਾਰਨ ਵਾਲਾ ਹੈ, ਉਹ ਕੁੱਲ ਰਹਿਤ ਪ੍ਰਭੂ ਵਿੱਚ ਹੀ ਟਿਕਿਆ ਹੋਇਆ ਸੀ। ਭਾਵ ਸ਼ਬਦ ਹੀ ਪ੍ਰਭੂ ਦਾ ਹੀ ਹਿੱਸਾ ਸੀ, ਹਿੱਸਾ ਸੀ, ਹਿੱਸਾ ਹੈ, ਅੱਜ ਵੀ ਹੈ। ਜਦੋਂ ਜਗਤ ਦੀ ਹਸਤੀ ਨਹੀਂ ਸੀ, ਆਕਾਸ਼ ਨਹੀਂ ਸੀ, ਉਦੋਂ ਆਕਾਰ ਰਹਿਤ ਇਹ ਜੋਤ ਜਿਹੜੀ ਅੱਜ ਤਿੰਨਾਂ ਭਵਨਾਂ 'ਚ ਵਿਆਪ ਰਹੀ ਹੈ, ਉਹ ਆਪੇ ਆਪ ਹੀ ਸੀ, ਆਪੇ ਵਿੱਚ ਆਪ ਸੀ। ਇੱਕ ਅਚਰਜ ਰੂਪ ਸ਼ਬਦ ਪ੍ਰਭੂ ਆਪ ਸੀ, ਉਹੀ ਜਗਤ ਦਾ ਰੰਗ ਭੇਖ ਤੇ ਰੂਪ ਸੀ। ਅਖੀਰ ਤੇ ਸਤਿਗੁਰੂ ਜੀ ਨੇ ਜਿਹੜੀ ਵਿਚਾਰ ਦਿੱਤੀ ਸੀ
हे नानक ऐसे उस प्रभु दे जो सदा कायम रहने वाला है, उसनों मिलन तो बिना ਉਹਦਾ सही स्वरूप बयान नहीं किया जा सकता, और परमेश्वर के नाम तो बिना कोई मनुख सुच्चा नहीं हो सकता। जिन्ना मर्जी सुच्चा होने की कोशिश करे, पर काले ਕਾਂ कदी नहाउण नाल चिट्टे नहीं होंदे। ये बहुत वड्डे भुलेखे साडे दिमाग विच हन भी असीं काले ਕਾਵਾਂ ਨੂੰ नहा के चिट्टे कर दिंदे आ। काले ਕਾਂ नहाउण नाल कदी चिट्टे नहीं होंदे, रंग नहीं बदलता। ਜਦੋਂ भी बदलते हैं उदों विचार बदलते हैं, अंदरों सोच बदलती है। तो कोई मनुख भी सुच्चा नहीं है जिहदे अंदर परमेश्वर की याद नहीं है। तो अज उस पौड़ी की जो अगली पौड़ी है, नवे सवालों ने जन्म लिया। तो एक सवाल ही सिर्फ सिद्धा ने दी पहली जिहड़ी पंक्ति है उहदे च सिद्धा का सवाल है। बाकी सारी पौड़ी विच गुरु पातशाह जी ने उसका जवाब दिता। सवाल बड़ा औखा जिहा है, इस सवाल नूं समझण लई भी बड़ा टाइम लगा, इसदा उत्तर लभण लई भी 2 दिन का समा लगा, अपने दिमाग के खेड़ घोड़े दौड़ाउंदियां दौड़ाउंदियां। पर अखीर जो समझ आई केवल वही आप जी नाल साझी करांगा। इहदे बारे होर कोई वधेरे किसी कोल भी इहदी जानकारी होवे तो वो किरपा करके जरूर भेज देनी, क्योंकि मैनू भी जिन्नी समझ ये गुरबाणी पढ़ के या विचार करके आई है उसके मुताबिक ही अज की इस पावन पौड़ी की विचार जिहड़ी है आप जी नाल साझी कर रहा हाँ। सिद्ध गोष्ठ की इस पौड़ी नंबर 68 दे विच सिद्धा वालों प्रश्न पूछा गया कि बाकी सारी पौड़ी विच गुरु पातशाह का उत्तर है, क्यों, की, किवें, कित। ये जिहड़े शब्द हैं ये असीं रोज़ रोज़ाना जीवन में इस्तेमाल करते हैं। एक दूजे नूं सवाल करन लग्या किवें हो गया, किहड़ा, की होया, उत्थे की वापरिया। ये तो मतलब इन्हां लफ्ज़ां विच एक सवाल छुपिया होया हुंदा है। जदों ये लफ्ज़ आ जाते हैं एक सवालीए हैं, इन्हां विच एक सवाल है। ये लफ्ज़ असीं आम वरतते हैं, जिहड़ा सिद्धा ने भी लफ्ज़ वरतिया कित कित बिद जग उपजै पुरखा, कित कित दुख बिन सजाई। तो ये लफ्जी अर्थ की हैं भी हे पुरखा, हे नानक उदू ये दस भी जगत किस विधि नाल पैदा हुंदा है, किस विधि नाल उपजदा है, किस तरह दुखों विच पैंदा है ते किवें फिर नाश हो जाता है। हुण एक पंक्ति विच 3 सवाल सिद्धा ने गुरु साहब दे अगे कीते। तो मैं बेनती कर रहा सी भी ये जिहड़े सवाल कित की इन्हां विच किते ना किते सवाल छुपिया हुंदा है। तुसीं कित्थे रहण वाले हो, किहड़े देश दे वासी हो, तुहाडा नाम की है, सारे सवालिया फिक्रे हैं। अनेकां ही होर इहो ਜਿਹੇ सवाल ने ਜਿਹੜੇ ਸਾਡੇ रोजाना जीवन च प्रगट ਹੁੰਦੇ ਹਨ। पर ਜਿਹੜਾ ਮਨੁੱਖ ਇਹਨਾਂ ਸਵਾਲਾਂ ਨੂੰ ਸਮਝਦਾ ਹੈ, ਉਹਨਾਂ ਬਾਰੇ ਕੋਈ ਸੂਝ ਰੱਖਦਾ ਹੈ, ਜਾਣਕਾਰੀ ਰੱਖਦਾ ਹੈ, ਉਹੀ ਇਹਦੇ ਉੱਤਰ ਦੇ ਸਕਦਾ ਹੈ। ਜੇ ਮੈਨੂੰ ਸਵਾਲ ਹੀ ਸਮਝ ਨਹੀਂ ਆਇਆ ਤੇ ਇਹਦਾ ਉੱਤਰ ਦੇਣਾ ਵੀ ਸੰਭਵ ਨਹੀਂ ਹੈ। फिर जे उत्तर भी तां दिता जाता जो बारे जानकारी होवे। हुण मैनूं पता है मेरा नाम हरजीत सिंह है, जदों कोई मैनूं पुछेगा तुहाडा नाम की है तो मैनूं पता है तो मैं उत्तर देंगा हरजीत सिंह है। जे ना ही नहीं पता तो मैं उत्तर भी नहीं दे सकता। कहण दा मेरा मतलब यह है भी उहदे बारे जानकारी होवे तो जवाब दे सकता है। रस्ता किहड़ा रस्ता उस शहर नूं जांदा है, जे सानूं जानकारी होएगी असीं उहदा जवाब दे सकते हैं। उदाहरण के तौर पर आपां गल कर लईए, आ पेन है मेरे हाथ में फड़िया होया, हुण इस पेन का किवें बनिया, इहदे च की मटीरियल लगा। हुण सवाल समझण लई भी सानूं कुछ गल्लां चाहीदियां ने जित्थों सानूं समझ आवे भी इहदे च की मटीरियल लगा, ये कित्थों बनिया, किहड़ियां चीज़ां दा बनिया, किहड़ी मशीन च बनिया, किन्नी मात्रा विच लगा,
ਕਿੰਨੀ ਗਿਣਤੀ ਵਿੱਚ ਕਿੰਨਾ ਮਟੀਰੀਅਲ ਇਹਦੇ 'ਚ ਪੈਂਦਾ ਹੈ, ਇਹ ਕਿਵੇਂ ਬਣਦਾ ਹੈ, ਕਿਹੜੀ ਮਸ਼ੀਨ ਦੀ ਲੋੜ ਹੈ, ਇਹ ਸਾਰੀਆਂ ਚੀਜ਼ਾਂ ਦਾ ਸਵਾਲ ਉਹੀ ਦੇ ਸਕਦਾ ਜਿਹਨੂੰ ਇਹ ਪੈਨ ਬਾਰੇ ਜਾਣਕਾਰੀ ਹੈ। ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਮੈਨੂੰ ਇੰਨਾ ਪਤਾ ਵੀ ਇਹ ਪੈਨ ਹੈ, ਮੈਂ ਤਾਂ ਲਿਖਣਾ ਹੈ, ਇਹਨੂੰ ਇਸਤੇਮਾਲ ਕਰਨਾ ਬਸ। ਬਣਿਆ ਕਿਵੇਂ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਤਾਂ ਜਾਣਕਾਰੀ ਕੌਣ ਦੇ ਸਕਦਾ? ਜਿਹਨੂੰ ਇਹਦੇ ਬਣਾਵਟ ਬਾਰੇ ਪੂਰੀ ਨੌਲੇਜ ਹੋਵੇ, ਪੂਰਾ ਗਿਆਨ ਹੋਵੇ। ਤੇ ਜੇ ਗਿਆਨ ਨਹੀਂ ਹੈ ਤੇ ਫਿਰ ਉਹ ਜਵਾਬ ਵੀ ਨਹੀਂ ਦੇ ਸਕਦਾ। ਗਿਆਨ ਜਿਹੜਾ ਪੈਦਾ ਹੁੰਦਾ ਹੈ ਉਹ ਹੁੰਦਾ ਵਿਚਾਰ ਵਿੱਚੋਂ। ਅਗਲੀ ਗੱਲ ਸਮਝਣ ਦੀ ਲੋੜ ਹੈ। ਗਿਆਨ ਦਾ ਪੈਦਾ ਹੁੰਦਾ, ਗਿਆਨ ਹੁੰਦਾ ਵਿਚਾਰ ਵਿੱਚੋਂ ਪੈਦਾ। ਤੇ ਵਿਚਾਰ ਜਿਹੜਾ ਹੈ ਉਹ ਸਾਡੇ ਜੀਵਨ ਦੀਆਂ ਸਮੱਸਿਆਵਾਂ ਦਾ ਹੱਲ ਇੱਕੋ ਇੱਕ ਹੈ, ਉਹ ਹੈ ਵਿਚਾਰ। ਤਾਂ ਹੀ ਗੁਰੂ ਸਾਹਿਬ ਜੀ ਨੇ ਬਾਰ-ਬਾਰ ਸਾਨੂੰ ਵਿਚਾਰ ਦੀ ਗੱਲ ਕੀਤੀ ਹੈ। ਤਾਂ ਹੀ ਕਿਹਾ ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਹੁਣ ਸ਼ਬਦ ਵਿਚਾਰ ਹੋਵੇਗਾ ਤਾਂ ਉਹ 'ਚ ਗਿਆਨ ਹੋਏਗਾ, ਗਿਆਨ ਹੋਏਗਾ ਤੇ ਅੰਦਰ ਰੋਸ਼ਨੀ ਹੋਏਗੀ, ਰੋਸ਼ਨੀ ਹੋਏਗੀ ਤਾਂ ਰਸਤਾ ਪਤਾ ਲੱਗੇਗਾ। ਇਹ ਵਿਚਾਰ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਤਾਂ ਗਿਆਨ ਜਿਹੜਾ ਹੈ ਉਹ ਸਾਡੇ ਜੀਵਨ ਦਾ ਅੱਗੇ ਹੱਲ ਲੱਭਦਾ ਹੈ। ਆਪਾਂ ਹੁਣ ਜੀਵਨ ਦੇ ਹਰ ਪਹਿਲੂ ਨੂੰ ਵੇਖ ਲਈਏ, ਬਚਪਨ ਤੋਂ ਲੈ ਕੇ ਆਖਰ ਤੱਕ ਸਾਡੇ ਮਨਾਂ ਅੰਦਰ ਸਵਾਲ ਉੱਠਦੇ ਰਹਿੰਦੇ ਆ। ਆਪਣਾ ਜੀਵਨ, ਰੋਜ਼ਾਨਾ ਜੀਵਨ ਨੂੰ ਦੇਖੋ। ਹਾਂ, ਸਵਾਲਾਂ ਦਾ ਸਟੈਂਡਰਡ ਜਾਂ ਉਹਦਾ ਪੱਧਰ ਉੱਚਾ ਨੀਵਾਂ ਹੋ ਸਕਦਾ ਹੈ। ਸਵਾਲ ਸੌਖੇ ਔਖੇ ਹੋ ਜਾਂਦੇ ਨੇ, ਜਿਵੇਂ ਜਿਵੇਂ ਇਨਸਾਨ ਅੱਗੇ ਨੂੰ ਤੁਰਦਾ ਉਹ ਉਹਦੇ ਸਵਾਲਾਂ ਦੇ ਕਈ ਸਵਾਲ ਹੋਰ ਉਹਦੇ ਅੰਦਰ ਜਨਮ ਲੈਂਦੇ ਨੇ, ਔਖੇ ਸੌਖੇ ਹੋ ਜਾਂਦੇ ਨੇ। ਸਵਾਲਾਂ ਦਾ ਪੱਧਰ ਜਿਹੜਾ ਹੈ ਉੱਚਾ ਨੀਵਾਂ ਹੋ ਜਾਂਦਾ ਹੈ, ਪਰ ਸਵਾਲ ਖੜੇ ਜ਼ਰੂਰ ਹੁੰਦੇ ਆ ਮਨੁੱਖ ਦੇ ਮਨ ਵਿੱਚ। ਸਵਾਲ ਜਿਹੜੇ ਨੇ ਉਹ ਖੜੇ ਜ਼ਰੂਰ ਹੁੰਦੇ ਨੇ ਮਨੁੱਖ ਦੇ ਮਨ ਵਿੱਚ। ਤੇ ਇਹ ਦੇਖੋ, ਬਚਪਨ ਦੇ ਸਵਾਲ ਹੋਰ ਹਨ, ਉਹਦਾ ਜਵਾਬ ਮਾਂ-ਬਾਪ ਹੀ ਦੇ ਦਿੰਦੇ ਆ। ਫਿਰ ਜਿਹੜਾ ਸਕੂਲ ਜਾਣ ਲੱਗ ਪੈਂਦਾ ਉਹਦੇ ਸਵਾਲ ਹੋਰ ਹੋ ਜਾਂਦੇ ਨੇ, ਉਹਦੇ ਸਵਾਲਾਂ ਦਾ ਜਵਾਬ ਜਿਹੜਾ ਟੀਚਰ ਦਿੰਦਾ, ਅਧਿਆਪਕ ਦਿੰਦਾ। ਅੱਗੋਂ ਕਾਲਜ ਜਾਂਦਾ, ਪ੍ਰੋਫੈਸਰ ਜਵਾਬ ਦਿੰਦਾ। ਸਵਾਲਾਂ ਦਾ ਪੱਧਰ ਹੁਣ ਇਹ ਕਹੀਏ ਕਿ ਮਾਂ ਪਿਓ ਉਹ ਜਵਾਬ ਦੇ ਦੇਣ ਜਿਹੜੇ ਪ੍ਰੋਫੈਸਰ ਨੇ ਦੇਣੇ ਆ, ਨਾਮੁਮਕਿਨ ਚੀਜ਼ ਹੈ। ਇੰਨਾ ਗਿਆਨ ਨਹੀਂ ਹੁੰਦਾ, ਉਹਨਾਂ ਨੂੰ ਗਿਆਨ ਨਹੀਂ ਹੈ, ਉਹ ਸਬਜੈਕਟ ਨਹੀਂ ਪੜ੍ਹਿਆ। ਹੁਣ ਮੈਨੂੰ ਕੋਈ ਪੜ੍ਹੇ, ਮੈਨੂੰ ਸਾਇੰਸ ਬਾਰੇ ਕੋਈ ਕੁਐਸਚਨ ਕਰੇ, ਮੈਂ ਕਹਾਂਗਾ ਜੀ ਮੈਨੂੰ ਤਾਂ ਗਿਆਨ ਨਹੀਂ ਹੈ, ਮੈਂ ਸਾਇੰਸ ਪੜ੍ਹੀ ਨਹੀਂ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ, ਮੈਂ ਸਾਇੰਸ ਦਾ ਵਿਦਿਆਰਥੀ ਨਹੀਂ ਰਿਹਾ। ਮੈਡੀਕਲ ਲਾਈਨ ਬਾਰੇ ਕੋਈ ਮੈਨੂੰ ਸਵਾਲ ਕਰ ਦੇਵੇ, ਹਾਂ ਅਸੀਂ ਤੁੱਕੇ ਤੱਕੇ ਲਾ ਕੇ ਪੁੱਛ ਲੈਂਦੇ ਹਾਂ, ਗੱਲ ਕਰ ਲੈਂਦੇ ਹਾਂ, ਲੇਕਿਨ ਸਹੀ ਜਵਾਬ ਅਸੀਂ ਨਹੀਂ ਦੇ ਸਕਦੇ, ਕਿਉਂਕਿ ਸਾਡਾ ਉਹਦਾ ਜਵਾਬ ਡਾਕਟਰ ਹੀ ਦੇ ਸਕਦਾ ਹੈ, ਜਿਹਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੋਈ ਹੈ, ਜਿਹਨੇ ਡਾਕਟਰੀ ਦੀ ਮਿਹਨਤ ਕੀਤੀ ਹੈ। ਸਰਜਨ ਜਿਹੜਾ ਹੈ ਉਹ ਵੀ ਵੱਖ-ਵੱਖ ਤਰ੍ਹਾਂ ਦਾ, ਬ੍ਰੇਨ ਦਾ ਸਰਜਨ ਬ੍ਰੇਨ ਦੀ ਗੱਲ ਕਰੇਗਾ, ਪੇਟ ਦਾ ਸਰਜਨ ਬ੍ਰੇਨ ਦੀ ਗੱਲ ਕਰੇਗਾ, ਪੇਟ ਦੀ ਗੱਲ ਕਰੇਗਾ, ਆਰਥੋ ਸਰਜਨ ਜਿਹੜਾ ਹੱਡੀਆਂ ਦੀ ਗੱਲ ਕਰੇਗਾ। ਹਰ ਬੰਦਾ ਆਪਣੀ ਗੱਲ ਕਰੇਗਾ, ਪਰ ਉਹ ਸਵਾਲ ਜ਼ਰੂਰ ਪੈਦਾ ਹੋਣਗੇ। ਇਹ ਨਹੀਂ ਹੋ ਸਕਦਾ ਕਿ ਸਵਾਲ ਜਿਹੜੇ ਪੈਦਾ ਨਾ ਹੋਣ। ਸਵਾਲਾਂ ਦਾ ਘੇਰਾ ਜਿਹੜਾ ਹੈ ਕਦੀ ਨਹੀਂ ਟੁੱਟਦਾ। ਬੌਧਿਕ ਪੱਧਰ ਤੇ ਇਹਦਾ ਸਵਾਲਾਂ ਦਾ ਫਰਕ ਹੋ ਜਾਂਦਾ ਹੈ, ਗਿਆਨ ਦੇ ਪੱਧਰ ਤੇ ਫਰਕ ਹੋ ਜਾਂਦਾ ਹੈ, ਲੇਕਿਨ ਸਵਾਲਾਂ ਦਾ ਘੇਰਾ ਕਦੀ ਨਹੀਂ ਟੁੱਟਦਾ। ਬਸ ਧਰਮ ਦੀ ਦੁਨੀਆ ਜੀ ਇਹੋ ਜਿਹੀ ਹੈ। ਇੰਨੀਆਂ ਗੱਲਾਂ ਕਰਨ ਦਾ ਸਿਰਫ ਇੰਨਾ ਮਕਸਦ ਹੈ ਵੀ ਧਰਮ ਦੀ ਦੁਨੀਆ ਵੀ ਇਹੋ ਜਿਹੀ ਹੈ, ਇਹਦੀ ਖਿਆਲ ਕਰਕੇ ਦੇਖਣਾ। ਜਿਵੇਂ ਜਿਵੇਂ ਧਰਮ ਦੀ ਯਾਤਰਾ ਅੱਗੇ ਨੂੰ ਤੁਰਦੀ ਹੈ ਤਾਂ ਅਨੇਕਾਂ ਸਵਾਲ ਰਸਤਾ ਰੋਕ ਕੇ ਖੜੇ ਹੋ ਜਾਂਦੇ ਹਨ। ਜਿਵੇਂ ਜਿਵੇਂ ਜੀਵਨ ਦੀ ਯਾਤਰਾ ਅੱਗੇ ਨੂੰ ਤੁਰਦੀ ਹੈ, ਧਰਮ ਦੀ ਯਾਤਰਾ ਅੱਗੇ ਨੂੰ ਤੁਰਦੀ ਹੈ ਨਾ, ਬੰਦੇ ਦੇ ਅੰਦਰ ਅਨੇਕਾਂ ਸਵਾਲ ਪੈਦਾ ਹੁੰਦੇ ਨੇ। ਗੁਰਬਾਣੀ ਪੜ੍ਹਦੇ ਹਾਂ ਵੀ ਕਿਉਂਕਿ ਸਾਡੀ ਸੋਚ ਉੱਥੇ ਤੱਕ ਪਹੁੰਚੀ ਨਹੀਂ ਹੈ, ਅਸੀਂ ਉੱਥੇ ਤੱਕ ਪਹੁੰਚੇ ਨਹੀਂ ਹੈ ਜਿਸ ਪੱਧਰ ਦੇ ਉੱਤੇ ਗੁਰਬਾਣੀ ਨੂੰ ਜਾ ਕੇ ਲਿਖਿਆ ਗਿਆ। ਤਾਂ ਹੀ ਮੈਂ ਪਹਿਲਾਂ ਬੇਨਤੀ ਕਰ ਦਿੱਤੀ ਵੀ ਇਹ ਸਵਾਲ ਸਮਝਣ ਲੱਗਿਆ ਵੀ ਉਹ ਦਿਮਾਗੀ ਪੱਧਰ ਸਾਡਾ, ਉਹ ਬੌਧਿਕ ਪੱਧਰ ਉਹ ਨਹੀਂ ਹੈ ਜਿਨ੍ਹਾਂ ਵਿੱਚੋਂ ਸਾਨੂੰ ਸਵਾਲ ਸਮਝ ਆ ਜਾਂਦੇ। ਇਸੇ ਵਾਸਤੇ ਨੂੰ ਸਮਾਂ ਲੱਗਦਾ ਸਮਝਣ ਨੂੰ, ਗੁਰੂ ਨੂੰ ਪੁੱਛਣਾ ਪੈਂਦਾ, ਗੁਰਬਾਣੀ ਨੂੰ ਪੁੱਛਣਾ ਪੈਂਦਾ, ਮਹਾਰਾਜ ਤੁਸੀਂ ਰਸਤਾ ਦਿਖਾਓ, ਕੋਈ ਰਸਤਾ ਦੱਸੋ, ਕੋਈ ਵਿਧ ਬਣਾਓ, ਇਹ ਰਸਤਾ ਪਤਾ ਲੱਗ ਜਾਏ। ਤੋ ਇਹ ਸਵਾਲਾਂ ਦਾ ਜਿਹੜਾ ਨਾ ਜੀਵਨ ਧਰਮ ਦੀ ਦੁਨੀਆ ਵਿੱਚ ਹੀ ਚੱਲਦੇ ਨੇ। ਅੱਜ ਇਸ ਪੌੜੀ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਉਹ ਧਰਮੀ ਲੋਕ ਸਵਾਲ ਕਰ ਰਹੇ ਨੇ, ਜਿਹੜੇ ਆਪਣੇ ਆਪ ਨੂੰ ਧਰਮੀ ਕਹਾਉਂਦੇ ਆ, ਸਿੱਧ ਕਹਾਉਂਦੇ ਨੇ। ਹੁਣ ਆਮ ਬੰਦਾ ਸਵਾਲ ਨਹੀਂ ਕਰ ਰਿਹਾ, ਇਹ ਆਮ ਜਗਿਆਸੂ ਸਵਾਲ ਨਹੀਂ ਕਰਦਾ। ਮੇਰੇ ਵਰਗਾ ਜਾਂ ਤੁਹਾਡੇ ਵਰਗਾ ਮਨੁੱਖ ਸਵਾਲ ਨਹੀਂ ਕਰ ਰਿਹਾ।
ਉਹ ਬੰਦੇ ਸਵਾਲ ਕਰਦੇ ਨੇ ਜਿਹੜੇ ਕਹਿੰਦੇ ਅਸੀਂ ਪਹੁੰਚੇ ਹੋਏ ਆ, ਸਾਡੀ ਪਹੁੰਚ ਹੈ, ਸਾਡਾ ਅਸੀਂ ਧਰਮ ਦੀ ਦੁਨੀਆ 'ਚ ਬੜੇ ਵਿਸ਼ਾਲ ਪੱਧਰ ਤੇ ਪਹੁੰਚ ਗਏ ਆ। ਤੇ ਸਵਾਲ ਉਹ ਲੋਕੀ ਕਰਦੇ ਨੇ, ਹੁਣ ਕਹਿੰਦੇ ਨੇ ਹੇ ਉਦੋਂ ਨਾਨਕ, ਅਸੀਂ ਸੰਸਾਰ ਨੂੰ ਵੇਖਦੇ ਆ, ਦੁਨੀਆ ਨੂੰ ਵੇਖਦੇ ਆ ਜਿਹਦੇ ਵਿੱਚ ਅਸੀਂ ਰਹਿ ਰਹੇ ਆ, ਉਸ ਦੁਨੀਆ ਨੂੰ ਜੋ ਝਾਤ ਮਾਰਦੇ ਆ, ਇਹਦੇ ਬਾਰੇ ਜਾਣਨਾ ਚਾਹੁੰਦੇ ਆ। ਲੋ ਹੁਣ ਸਿੱਧਾ ਦਾ ਸਵਾਲ ਕੀ ਹੈ ਵੀ ਅਸੀਂ ਉਸ ਦੁਨੀਆ ਬਾਰੇ ਜਾਣਨਾ ਚਾਹੁੰਦੇ ਆ ਜਿਹਦੇ 'ਚ ਅਸੀਂ ਰਹਿ ਰਹੇ ਆ। ਉਹ ਕੀ ਹੈ, ਉਹ ਦੁਨੀਆ ਬਣੀ ਕਿਵੇਂ ਹੈ, ਕਿੱਥੋਂ ਪੈਦਾ ਹੁੰਦੀ ਹੈ। ਦੇਖੋ ਸਵਾਲ ਕਿਹੋ ਜਿਹੇ ਹਨ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ। ਤੇ ਗੁਰੂ ਨਾਨਕ ਸਾਹਿਬ ਦਾ ਬੌਧਿਕ ਪੱਧਰ ਕਿੰਨਾ ਕੁ ਵੱਡਾ ਹੋਏਗਾ ਜਿਨ੍ਹਾਂ ਨੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਹੁਣ। ਅਸੀਂ ਤਾਂ ਸਵਾਲ ਸਮਝਣ ਲੱਗੇ ਹੀ ਇਹ ਕਿੰਨਾ ਸਮਾਂ ਲਾ ਦਿੱਤਾ ਵੀ ਸਾਨੂੰ ਤਾਂ ਸਵਾਲ ਹੀ ਸਮਝ ਨਹੀਂ ਸੀ ਆਉਂਦੀ ਵੀ ਇਹ ਸਿੱਧਾ ਨੇ ਸਵਾਲ ਕੀਤਾ। ਸਿੱਧਾ ਨੇ ਇਹੋ ਜਿਹਾ ਸਵਾਲ ਜਿਹੜੇ ਹਨ ਪਹਿਲਾਂ ਵੀ ਕੀਤੇ ਹਨ, ਪਰ ਹੁਣ ਸਤਿਗੁਰੂ ਦੇ ਅੱਗੇ ਸਵਾਲ ਰੱਖਿਆ ਵੀ ਅਸੀਂ ਸੰਸਾਰ ਬਾਰੇ, ਉਹ ਦੁਨੀਆ ਬਾਰੇ ਜਾਣਨਾ ਚਾਹੁੰਦੇ ਆ। ਉਹ ਕੀ ਹੈ, ਉਹ ਕਿਵੇਂ ਬਣਿਆ ਹੈ, ਕਿਸ ਤਰ੍ਹਾਂ ਉਹ ਦੁੱਖਾਂ 'ਚ ਪੈਂਦਾ, ਕਿਵੇਂ ਉਹ ਨਾਸ਼ ਹੋ ਜਾਂਦਾ ਹੈ, ਇਹਦਾ ਆਦਿ ਕੀ ਹੈ, ਇਹਦਾ ਅੰਤ ਕੀ ਹੈ, ਇਹ ਸਭ ਕੁਝ ਕਿਵੇਂ ਹੋਇਆ, ਇਹ ਪੁਰਖਾ ਇਹ ਸੰਸਾਰ ਕਿਵੇਂ ਪੈਦਾ ਹੋਇਆ, ਇਹ ਕਿਹੜੇ ਕਿਹੜੇ ਦੁੱਖਾਂ ਕਰਕੇ, ਕਿਹੜੇ ਕਿਹੜੇ ਕਾਰਨਾਂ ਕਰਕੇ ਮੁੱਕ ਰਿਹਾ ਹੈ, ਇਹ ਖਤਮ ਹੁੰਦਾ ਹੈ। ਤਾਂ ਇਹਨਾਂ ਸਵਾਲਾਂ ਦਾ ਉੱਤਰ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਗਲੀਆਂ ਸਾਰੀਆਂ ਪੰਕਤੀਆਂ ਦੇ ਵਿੱਚ ਦਿੱਤਾ ਹੈ। ਤਾਂ ਇਹ ਪਹਿਲੀ ਪੰਕਤੀ ਹੈ ਜਿਹਦਾ ਸਵਾਲ ਗੁਰੂ ਪਾਤਸ਼ਾਹ ਦੇ ਅੱਗੇ ਸਿੱਧਾ ਨੇ ਰੱਖਿਆ। ਫਿਰ ਆਪਾਂ ਸਵਾਲ ਪੜ੍ਹ ਲਈਏ। ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁਖ ਬਿੰਸ ਜਾਈ। ਕਿਤ ਦਾ ਅਰਥ ਹੁੰਦਾ ਕਿਸ ਨਾਲ, ਕਿਤ ਵਿਦ ਕਿਸ ਵਿਧੀ ਨਾਲ, ਕਿਸ ਢੰਗ ਨਾਲ। ਕਿਤ ਕਿਤ ਵਿਦ ਕਿਹੜੀ ਵਿਧੀ ਹੈ, ਪੁਰਖਾ ਹੈ ਪੁਰਖ। ਉਪਜੇ ਦਾ ਅਰਥ ਪੈਦਾ ਹੋਇਆ, ਬਣਿਆ। ਜਗਤ ਕਿਵੇਂ ਬਣਦਾ ਹੈ, ਕਿਵੇਂ ਉਪਜਦਾ ਹੈ, ਇਹ ਕਿਵੇਂ ਚੱਕਰ ਚੱਲਦਾ ਹੈ, ਇਹ ਸਾਰੇ ਚੱਕਰ ਦੀ ਗੱਲ ਹੈ। ਕਿਤ ਕਿਤ ਦੁੱਖ ਬਿੰਸ ਜਾਈ। ਬਿੰਸ ਦਾ ਅਰਥ ਹੁੰਦਾ ਨਾਸ਼ ਹੋ ਜਾਣਾ। ਵੀ ਇਹ ਕਿਵੇਂ ਨਾਸ਼ ਹੋ ਜਾਂਦਾ ਹੈ ਤੇ ਕਿਹੜੇ ਕਿਹੜੇ ਦੁੱਖ ਵਾਪਰਦੇ ਹਨ। ਤਾਂ ਹੁਣ ਸਤਿਗੁਰੂ ਜਵਾਬ ਦਿੰਦੇ। ਪਹਿਲੀ ਪੰਕਤੀ ਜਿਹੜੀ ਜਵਾਬ ਦੀ ਹੈ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰੈ ਦੁਖ ਪਾਈ। ਉਹ ਸਿੱਧੋ ਪਹਿਲਾਂ ਦੇ ਲਫ਼ਜ਼ੀ ਅਰਥ ਆਪਾਂ ਕਰ ਲਈਏ। ਕਹਿਣ ਲੱਗੇ, ਇਹ ਸਿੱਧ ਪੁਰਖੋ ਤੁਸੀਂ ਸਵਾਲ ਕੀਤਾ ਸੰਸਾਰ ਦੀ ਉਪਜ ਜਿਹੜੀ ਹੈ ਉਹ ਕਿਵੇਂ ਹੋਈ। ਹੁਣ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹਉਮੈ ਵਿੱਚ, ਇਹ ਜਗਤ ਹਉਮੈ ਵਿੱਚ ਪੈਦਾ ਹੁੰਦਾ ਹੈ। ਇਹਦਾ ਲਫ਼ਜ਼ੀ ਅਰਥ ਕੀ ਹੈ, ਹਉਮੈ ਵਿੱਚ ਜਗ ਉਪਜੇ, ਉਪਜੇ ਦਾ ਅਰਥ ਪੈਦਾ ਹੋਇਆ। ਇਹ ਜਗਤ ਜਿਹੜਾ ਹਉਮੈ ਵਿੱਚ ਪੈਦਾ ਹੁੰਦਾ ਹੈ। ਕਿ ਜੇ ਇਸ ਨੂੰ ਲਫ਼ਜ਼ੀ ਅਰਥ ਬੜੇ ਸੌਖੇ ਹਨ ਵੀ ਜੇ ਇਸ ਨੂੰ ਨਾਮ ਵਿਸਰ ਜਾਵੇ, ਪਰਮੇਸ਼ਰ ਦੀ ਯਾਦ ਭੁੱਲ ਜਾਏ ਤਾਂ ਇਹ ਦੁੱਖ ਪਾਉਂਦਾ ਹੈ। ਲਫ਼ਜ਼ੀ ਅਰਥ ਇੰਨੇ ਹੀ ਹਨ ਨਾ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਹੁਣ ਲਫ਼ਜ਼ੀ ਅਰਥ ਬਹੁਤ ਸੌਖੇ, ਬੜੇ ਸੰਖੇਪ ਜਿਹੇ ਅਰਥ ਆ। ਹੁਣ ਸਤਿਗੁਰੂ ਕਹਿਣ ਲੱਗੇ ਵੀ ਹੇ ਜੋਗੀਓ, ਅਸੀਂ ਇਸ ਸੰਸਾਰ ਦੀ ਉਪਜ ਨੂੰ ਪ੍ਰਭੂ ਨਾਲੋਂ ਜੀਵ ਦਾ ਵਿਛੋੜਾ ਮੰਨਦੇ ਹਾਂ। ਹੁਣ ਇੱਥੋਂ ਜਵਾਬ ਸ਼ੁਰੂ ਹੋਇਆ ਗੁਰੂ ਪਾਤਸ਼ਾਹ ਜੀ ਦਾ। ਅਸੀਂ ਇਸ ਸੰਸਾਰ ਦੀ ਉਪਜ ਨੂੰ ਜੀਵ ਦਾ ਪ੍ਰਭੂ ਨਾਲੋਂ ਵਿਛੜ ਜਾਣਾ ਮੰਨਦੇ ਹਾਂ। ਹੁਣ 21ਵੀਂ ਪੌੜੀ ਜਦੋਂ ਆਈ ਸੀ ਉਦੋਂ ਵੀ ਸਿੱਧਾ ਨੇ ਇੱਕ ਸਵਾਲ ਕੀਤਾ ਸੀ। ਉਦੋਂ ਸਵਾਲ ਸੀ, ਆਦ ਕੋ ਕਵਨ ਵਿਚਾਰ ਕਥੀ ਅਲੇ, ਸੁਨ ਕਹਾਂ ਘਰ ਵਾਸੋ। ਉਦੋਂ ਇਹ ਸਵਾਲ ਸੀ ਸਿੱਧਾਂ ਦਾ, ਆਦ ਕੋ ਕਵਨ ਵਿਚਾਰ ਕਥੀ ਅਲੇ, ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ। ਤੇ ਉਹ ਸੁਨ ਦਾ ਵਾਸਾ ਕਿੱਥੇ ਸੀ, ਅਫੁਰ ਪ੍ਰਮਾਤਮਾ ਕਿੱਥੇ ਵਸਦਾ ਸੀ, ਜਗਤ ਦੇ ਮੁੱਢ ਬਾਰੇ ਤੁਹਾਡੇ ਕੀ ਵਿਚਾਰ ਹਨ। ਤੋ ਇਹਦਾ ਜਵਾਬ ਦਿੰਦਿਆਂ ਗੁਰੂ ਸਾਹਿਬ ਜੀ ਨੇ ਕਿਹਾ ਸੀ, ਆਦ ਕੋ ਬਿਸਮਾਦ ਵਿਚਾਰ ਕਥੀਲੇ ਸੁਨ ਨਿਰੰਤਰ ਵਾਸ ਲਿਆ।
ਇਹ 23ਵੀਂ ਪੌੜੀ 'ਚ ਜਵਾਬ ਦਿੱਤਾ ਸੀ। 21 ਪੌੜੀ ਦਾ ਸਵਾਲ ਸੀ, 22ਵੀਂ ਪੌੜੀ 'ਚ ਸਵਾਲ ਦਾ ਸੰਖੇਪ ਜਵਾਬ ਦਿੱਤਾ, 23ਵੀਂ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਉਹਦਾ ਵਿਸਤਾਰ ਨਾਲ ਜਵਾਬ ਦਿੱਤਾ। ਤੇ 25ਵੀਂ ਪੌੜੀ ਜਿਹੜੀ ਅੱਗੇ ਜਾ ਕੇ ਆਈ ਸੀ ਸਿੱਧ ਗੋਸ਼ਟ ਦੀ, ਉਹਦੇ ਵਿੱਚ ਜਗਨ ਦੇ ਆਉਣ ਜਾਣ ਦੀ ਸਾਰੀ ਗੱਲ ਸਮਝਾਈ ਸੀ। ਆਪਾਂ ਉਹਦੀ ਵਿਚਾਰ ਅੱਗੇ ਕਰ ਚੁੱਕੇ ਹਾਂ। ਫਿਰ ਵੀ ਅੱਜ ਕਿਉਂਕਿ ਇਸ ਨੂੰ ਸਮਝਣ ਦੇ ਲਈ ਕੁਝ ਵਿਚਾਰਾਂ ਉਸ ਢੰਗ ਨਾਲ ਸਾਨੂੰ ਕਰਨੀਆਂ ਪੈਣਗੀਆਂ ਸਵਾਲ ਦੀਆਂ, ਵੀ ਜੱਗ ਕਿੱਥੋਂ ਪੈਦਾ ਹੋਇਆ, ਕਿਵੇਂ ਹੋਇਆ। ਉਦੋਂ ਸਿੱਧਾ ਨੇ ਸੰਸਾਰ ਦੇ ਆਰੰਭ ਦੀ ਗੱਲ ਪੁੱਛੀ ਸੀ। ਹੁਣ ਜਿਹੜਾ ਸਵਾਲ ਪੁੱਛ ਰਿਹਾ, ਹੁਣ ਪੁੱਛ ਰਿਹਾ ਕਿਤ ਕਿਤ ਵਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਮਿਲਦਾ ਜੁਲਦਾ ਪ੍ਰਸ਼ਨ ਹੈ ਸਵਾਲਾਂ ਦੇ ਹਿਸਾਬ ਦੇ ਨਾਲ। ਹਾਂ, ਹੁਣ ਗੁਰੂ ਸਾਹਿਬ ਦਾ ਉੱਤਰ ਜਿਹੜਾ ਦਿੰਦੇ ਨੇ ਉਹ ਬਣਾਉਣ ਵਾਲਾ ਪਰਮੇਸ਼ਰ ਸੀ। ਹੁਣ ਜਗਤ ਦੀ ਮਿਲਾਵਟ ਦੀ ਗੱਲ ਕਰਦੇ ਨੇ। ਲੋ ਪਹਿਲਾਂ ਆਪਾਂ ਸਮਝ ਲਈਏ ਵੀ ਜਦੋਂ ਇਹ ਸੰਸਾਰ ਨਹੀਂ ਸੀ ਬਣਿਆ, ਨਿਰੰਕਾਰ ਹੀ ਸੀ। ਸੰਸਾਰ ਨਹੀਂ ਸੀ ਬਣਿਆ, ਕੇਵਲ ਨਿਰੰਕਾਰ ਸੀ, ਉਹਦੀ ਹਸਤੀ ਸੀ। ਉਹਨੇ ਜਦੋਂ ਬਣਾਉਣਾ ਇਹ ਸੰਸਾਰ ਨੂੰ ਬਣਾਇਆ ਤਾਂ ਉਦੋਂ ਕਿਵੇਂ ਬਣਾਇਆ? ਰੋਜ਼ ਅਸੀਂ ਇਹ ਗੱਲ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ, ਵੀ ਇੱਕ ਬੋਲ ਨਾਲ, ਇੱਕ ਹੁਕਮ ਨਾਲ, ਇੱਕ ਸ਼ਬਦ ਜਿਹੜੇ ਉਚਾਰੇ, ਉਹਦੇ ਨਾਲ ਜ਼ਬਾਨ ਤੋਂ ਭਾਵ ਉਹਦੇ ਆਪਣੇ ਉਹ ਸ਼ਬਦਾਂ ਨੂੰ ਉਚਾਰਨ ਕੀਤਾ ਤੇ ਉਹਦੇ ਨਾਲ ਸੰਸਾਰ ਜਿਹੜਾ ਸੀ ਹੁਕਮ ਨਾਲ ਬਣਾ ਦਿੱਤਾ। ਇਹ ਅਸੀਂ ਮੰਨਦੇ ਹਾਂ। ਉਦੋਂ ਕੀ ਬਣਾਇਆ? ਇਨਸਾਨ ਬਣਾਇਆ, ਕੁਦਰਤ ਬਣਾਈ, ਕਾਇਨਾਤ ਬਣਾਈ, ਸਭ ਕੁਝ ਉਸਨੇ ਕੀ ਰਚਿਆ। ਇਹ ਬਨਸਪਤੀ ਬਣਾਏ, ਜੰਗਲ, ਪਹਾੜ, ਸੂਰਜ, ਚੰਦਰਮਾ, ਆਕਾਸ਼, ਸਭ ਉਹਦੇ ਬਣਾਏ। ਤੇ ਮਨੁੱਖ ਦੀ ਘਾਟ ਵੀ ਉਸ ਵੇਲੇ ਘੜੀ। ਹੁਣ ਜਦੋਂ ਮਨੁੱਖ ਦੀ ਘਾਟ ਘੜੀ ਜਾਂਦੀ ਹੈ, ਖਿਆਲ ਕਰਨਾ, ਆਪਾਂ ਥੋੜੀ ਜਿਹੀ ਵਿਚਾਰ ਪਹਿਲਾਂ ਵੀ ਕੀਤੀ ਸੀ ਵੀ ਇਹ ਆਤਮਾ, ਮਨ ਤੇ ਸਰੀਰ ਦਾ ਮਿਲਵਾਂ ਢਾਂਚਾ ਜਿਹੜਾ ਹੈ ਇਹ ਮਨੁੱਖ ਹੈ। ਪਹਿਲਾਂ ਢਾਂਚੇ ਦੇ ਵਿੱਚ ਆ ਕੇ ਜੋਤ ਜਿਹੜੀ ਹੈ ਉਹ ਟਿਕਦੀ ਹੈ। ਉਸ ਆਤਮਾ ਨੂੰ ਅਸੀਂ ਕਹਿੰਦੇ ਆਤਮਾ ਪਰਮਾਤਮਾ ਦੀ ਜੋਤ ਹੈ, ਇੱਕੋ ਚੀਜ਼ ਹੈ, ਕੋਈ ਫਰਕ ਨਹੀਂ ਹੈ। ਮਨ ਵੀ ਆਤਮਾ ਦਾ ਹਿੱਸਾ ਹੈ, ਪਰਮ ਜੋਤ ਦਾ ਹਿੱਸਾ ਹੈ, ਪਰ ਆਤਮਾ ਕਿਉਂਕਿ ਆਪਣੇ ਮੂਲ 'ਚ ਟਿਕੀ ਹੋਈ ਹੈ। ਆਤਮਾ ਨੇ ਕੋਈ ਟਿਕਾਣਾ ਆਪਣਾ ਕਦੀ ਨਹੀਂ ਛੱਡਣਾ। ਸਾਰੀ ਜ਼ਿੰਦਗੀ ਆਪਣੇ ਜਨਮ ਤੋਂ ਲੈ ਕੇ ਮੌਤ ਤੱਕ, ਜਦ ਤੱਕ ਉਹਨੇ ਟਿਕਾਈ ਤਾਂ ਉਹਨੇ ਵਾਪਸ ਨਹੀਂ ਲਈ। ਇਹ ਆਤਮਾ ਆਪਣਾ ਮੂਲ ਦੇ ਵਿੱਚ ਟਿਕੀ ਰਹਿੰਦੀ ਹੈ। ਹੁਣ ਮਨ ਨੂੰ ਇਹ ਹੁਕਮ ਸੀ ਵੀ ਤੂੰ ਆਤਮਾ ਦੇ ਕਹਿਣੇ ਵਿੱਚ ਚੱਲ, ਆਪਣੇ ਮੂਲ ਵੱਲ ਦੇਖ। ਤੇਰਾ ਮੂਲ ਇਹ ਹੈ, ਤੇਰਾ ਮੂਲ ਪਰਮੇਸ਼ਰ ਹੈ, ਕਿਉਂਕਿ ਆਤਮਾ ਪਰਮੇਸ਼ਰ ਦੀ ਅੰਸ਼ ਹੈ। ਕਹੋ ਕਬੀਰ ਰਾਮ ਕੀ ਅੰਸ਼ ਹੈ, ਤੇ ਰਾਮ ਦੀ ਅੰਸ਼ ਸੀ, ਇਸ ਕਰਕੇ ਉਹਨੂੰ ਇਹ ਕਿਹਾ ਸੀ ਵੀ ਤੂੰ ਆਪਣੇ ਮੂਲ ਵੱਲ ਤਾਂ ਚੱਲ ਤੇ ਮੂਲ ਵੱਲ ਦੇਖ। ਪਰ ਹੋਇਆ ਕਿ ਮਨ ਜਿਹੜਾ ਸੀ ਉਹ ਮੂਲ ਵੱਲ ਨਹੀਂ ਦੇਖਦਾ, ਕਿਉਂਕਿ ਮਨ ਨੇ ਸਾਰੇ ਸੰਕਲਪ ਵਿਕਲਪ ਸਾਰੇ ਮਨ ਨੇ ਕਰਨੇ, ਆਤਮਾ ਨੇ ਨਹੀਂ ਕਰਨੇ। ਆਤਮਾ ਗਾਈਡ ਕਰਦੀ ਹੈ ਮਨ ਨੂੰ ਵੀ ਤੂੰ ਏਦਾਂ ਕਰ, ਪਰ ਮਨ ਬਾਗੀ ਹੋ ਗਿਆ। ਮਨ ਜਿਹੜਾ ਸੀ ਉਹ ਆਤਮਾ ਤੋਂ ਬਾਗੀ ਹੋ ਗਿਆ, ਕਹਿੰਦਾ ਛੱਡ, ਤੇਰੇ ਕੋ ਕੀ ਲੈਣਾ, ਤੂੰ ਤਾਂ ਹਰ ਵੇਲੇ ਉਹ ਉੱਥੇ ਹੀ ਜੁੜੀ ਰਹਿੰਦੀ ਹੈ, ਬਾ ਆਨੰਦ ਲੈ, ਮੌਜਾਂ ਕਰ। ਜਦੋਂ ਸੰਕਲਪ ਵਿਕਲਪ ਹੁੰਦੇ ਨੇ ਗਿਆਨ ਇੰਦਰੀਆਂ ਦੀ ਰਾਹੀਂ ਮਨ ਜਦੋਂ ਬਾਹਰ ਮੁਖੀ ਹੋ ਜਾਂਦਾ, ਫਿਰ ਮਨ ਜਿਹੜਾ ਸੀ ਉਹ ਭਟਕਦਾ। ਹੁਣ ਗੱਲ ਜਿਹੜੀ ਹੈ ਹਉਮੈ ਦੀ ਜੇ ਵੀ ਹਉਮੈ ਵਿੱਚ ਜਗ ਉਪਜੈ ਪੁਰਖਾ, ਇਹਨੂੰ ਸਮਝਣ ਲਈ ਮੈਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰ ਰਿਹਾ ਵੀ ਉਦੋਂ ਜਦੋਂ ਪਰਮੇਸ਼ਰ ਨੇ ਬਣਾਇਆ ਸੀ ਜਗਤ, ਉਦੋਂ ਕੋਈ ਨਹੀਂ ਸੀ। ਉਹਨੇ ਉਹ ਮਨ ਵੀ ਟਿਕਾਇਆ, ਆਤਮਾ ਵੀ ਟਿਕਾ ਦਿੱਤੀ, ਤੇ ਉਹਨੇ ਸਰੀਰ ਸਾਡਾ ਮਾਤਾ ਪਿਤਾ ਦੇ ਮਿਲਾਪ ਤੋਂ ਘੜਿਆ, ਕਿਉਂਕਿ ਨਾਸ਼ਵਾਨ ਤੋਂ ਘੜਿਆ। ਇਹ ਨਾਸ਼ਵਾਨ ਹੈ, ਮੁੱਕ ਜਾਣਾ, ਇਹਨੇ ਮਿੱਟੀ ਦਾ ਮਿੱਟੀ ਹੋ ਜਾਣਾ, ਕਿਉਂਕਿ ਮਿੱਟੀ ਤੋਂ ਬਣਿਆ। ਮਿੱਟੀ ਕੌਣ ਹੈ? ਮਾਤਾ ਪਿਤਾ। ਅੱਜ ਦੇਖੋ ਕਿਤੇ ਆਪਣੇ ਮਾਂ ਬਾਪ ਹੈ ਕੋਈ? ਉਹਦੇ ਪਿੱਛੇ ਚਲੇ ਜਾਓ, ਕੋਈ ਵੀ ਨਹੀਂ। ਮਿੱਟੀ ਦੇ ਤੱਤ ਮਿੱਟੀ 'ਚ ਮਿਲ ਗਏ, ਉਹ ਨਾਸ਼ਵਾਨ ਸੀ। ਪਰ ਆਤਮਾ ਨਾਸ਼ਵਾਨ ਨਹੀਂ ਹੈ। ਇਸੇ ਤਰ੍ਹਾਂ ਮਨ ਵੀ ਨਾਸ਼ਵਾਨ ਨਹੀਂ ਹੈ। ਹੁਣ ਮਨ ਕੀ ਹੈ? ਮਨ ਜਿਹੜਾ ਬਾਹਰ ਸੰਕਲਪ ਤੇ ਵਿਕਲਪ ਕਰਦਾ। ਸਵਾਲ ਬੜਾ ਗਹਿਰਾ ਜਿਹਾ, ਟੇਢਾ ਜਿਹਾ, ਥੋੜੀ ਜਿਹੀ ਆਪਣੀ ਬੁੱਧੀ ਨੂੰ ਵਿੱਚ ਖੁਵਾਵਾਂਗੇ ਤਾਂ ਇਹਦੇ ਜਵਾਬ ਸਾਨੂੰ ਆਪਣੇ ਆਪ ਮਿਲਦੇ ਜਾਣਗੇ। ਤਾਂ ਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਦੱਸੀ, ਮੈਂ ਜਦੋਂ ਇਹ ਸਵਾਲ ਜਵਾਬ ਪੜ੍ਹਿਆ ਗੁਰੂ ਸਾਹਿਬ ਜੀ ਦਾ ਵੀ ਹਉਮੈ ਵਿੱਚ ਜਗ ਉਪਜੇ, ਕੀ ਗੱਲ ਹੋਈ? ਜਗਤ ਤਾਂ ਬਣਾਇਆ ਪਰਮੇਸ਼ਰ ਨੇ, ਜਗਤ ਬਣਾਇਆ ਮੇਰੇ ਮਾਲਕ ਨੇ, ਪਰਮੇਸ਼ਰ ਨੇ ਆਪ, ਤੇ ਹਉਮੈ ਦੇ ਵਿੱਚ ਜਗ ਕਿਵੇਂ ਪੈਦਾ ਹੋ ਗਿਆ? ਹੁਣ ਇਹ ਗੱਲ ਜਦੋਂ ਸਮਝਦਿਆਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਸਾਰਾ ਦਿਨ ਲੰਘ ਗਿਆ, ਅਗਲਾ ਦਿਨ ਵੀ ਲੰਘ ਗਿਆ, ਇਸ ਗੱਲ ਨੂੰ ਸਮਝਦੇ ਆਪਣੇ ਸੱਚੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਵੀ ਇੱਕ ਦਿਨ ਹੀ 2 ਦਿਨ ਲੱਗ ਗਏ, ਵੀ ਦਿਮਾਗ 'ਚ ਹਰ ਵੇਲੇ ਉਹੀ ਗੱਲ ਘੁੰਮਦੀ ਰਹੀ ਵੀ ਕਿੱਦਾਂ ਹੋਏਗਾ, ਤਾਂ ਕੀ ਜਵਾਬ ਹੋਵਾਂਗੇ, ਕਿਵੇਂ ਵਿਚਾਰ ਕਰਾਂਗੇ, ਕਿਸ ਤਰ੍ਹਾਂ ਗੱਲ ਕਰਾਂਗੇ। ਜਦੋਂ ਆਪ ਹੀ ਆਪਾਂ ਨੂੰ ਕਲੈਰਿਟੀ ਨਾ ਹੋਵੇ ਕਿਸੇ ਜਵਾਬ ਦੀ ਜਾਂ ਕਿਸੇ ਚੀਜ਼ ਦੀ, ਤੁਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ।
ਗੋਲ-ਮੋਲ ਜਵਾਬ ਜਿੰਨੇ ਮਰਜ਼ੀ ਦੇ ਲਓ, ਗੋਲ-ਮੋਲ ਜਵਾਬ ਦੇਣੇ ਕੋਈ ਔਖੇ ਨਹੀਂ, ਯਾਨੀ ਕਿ ਜੇ ਲਫ਼ਜ਼ੀ ਅਰਥ ਕਰਕੇ ਆਪਾਂ ਅੱਗੇ ਨੂੰ ਤੁਰ ਜਾਈਏ ਤਾਂ ਉਹਦਾ ਲਾਭ ਵੀ ਕੋਈ ਨਹੀਂ ਮੇਰੇ ਆਪਣੇ ਵਿਚਾਰ ਅਨੁਸਾਰ। ਤਾਂ ਜਿੰਨਾ ਕੁ ਫਿਰ ਜੋ ਸਮਝ ਵਿੱਚੋਂ ਆਉਂਦਿਆਂ ਪੜ੍ਹਦਿਆਂ ਵਿਚਾਰ ਕਰਦਿਆਂ ਗੁਰਬਾਣੀ ਤੋਂ ਮਿਲੀ, ਤਾਂ ਉਹ ਸਤਿਗੁਰੂ ਜੀ ਨੇ ਜੋ ਜਵਾਬ ਦਿੱਤੇ ਉਹਦੀ ਗੱਲ ਆਪਾਂ ਕਰ ਰਹੇ ਹਾਂ। ਤੇ ਉਹ ਜਿਹੜਾ ਸਰੀਰ ਸੀ ਉਹਦੀ ਘਾਟ ਗੁਰੂ ਪਾਤਸ਼ਾਹ ਨੇ ਘੜ ਦਿੱਤੀ। ਪਹਿਲਾਂ ਗੁਰੂ ਸਾਹਿਬ ਦਾ ਉੱਤਰ ਦੇਖ ਲਈਏ। ਹੁਣ ਗੁਰੂ ਸਾਹਿਬ ਜੀ ਉੱਤਰ ਕੀ ਦਿੰਦੇ ਨੇ? ਪੁਰਖਾ ਜਗਤ ਜਿਹੜਾ ਹਉਮੈ ਚ ਪੈਦਾ ਹੁੰਦਾ, ਜਿਹਨੂੰ ਪ੍ਰਭੂ ਦਾ ਨਾਮ ਵਿਸਰ ਜਾਏ ਤਾਂ ਇਹ ਜੀਵ ਦੁੱਖ ਪਾਉਂਦਾ। ਹੁਣ ਦੇਖੋ, ਜਦੋਂ ਬਾਲਕ ਜਨਮ ਲੈਂਦਾ ਨਾ, ਫਿਰ ਮੈਂ ਬੇਨਤੀ ਕਰਦਿਆਂ ਵੀ ਜਦੋਂ ਆਰੰਭ ਹੋਇਆ ਸੀ ਉਦੋਂ ਕੋਈ ਮੈਲ ਨਹੀਂ ਸੀ। ਮਾਲਕ ਨੇ ਸਿਰਫ ਜਗਤ ਨੂੰ ਬਣਾ ਦਿੱਤਾ, ਇਨਸਾਨ ਬਣਾ ਦਿੱਤਾ, ਉਦੋਂ ਮਨ ਵੀ ਬਣਾ ਦਿੱਤਾ, ਆਤਮਾ ਵੀ ਬਣਾ ਦਿੱਤੀ, ਸਰੀਰ ਵੀ ਜਿਹੜਾ ਸੀ ਹੋਂਦ ਚ ਆ ਗਿਆ। ਹੁਣ ਜਦੋਂ ਉਦੋਂ ਕੋਈ ਮੈਲ ਹੈ ਨਹੀਂ ਸੀ ਮਨ ਵਿੱਚ, ਉਦੋਂ ਸਿਰਫ ਉਹਦੇ ਹੁਕਮ ਵਿੱਚ ਬਣਿਆ। ਜਗਤ ਦਾ ਸਿਲਸਿਲਾ ਕਿੱਦਾਂ ਸ਼ੁਰੂ ਹੋਇਆ, ਕਿ ਤੁਰਿਆ ਕਿੱਦਾਂ, ਗੇੜਾ ਕਿਵੇਂ ਬਣਿਆ, ਇਹ ਸਾਰੀ ਗੱਲ ਇੱਥੇ ਇਹੋ ਗੱਲ ਚੱਲ ਰਹੀ ਹੈ। ਜਗ ਹਉਮੈ ਵਿੱਚ ਜਗ ਉਪਜੇ ਪੁਰਖਾ ਦੀ, ਵੀ ਜਗ ਦਾ ਗੇੜਾ ਕਿਵੇਂ ਬਣਿਆ, ਜਗ ਦੀ ਚਾਲ ਕਿੱਦਾਂ ਚੱਲੀ, ਕਿੱਦਾਂ ਜਨਮ ਲਈ ਜਾਂਦਾ, ਕਿੱਦਾਂ ਤੁਰਿਆ ਜਾਂਦਾ, ਇਹ ਸਾਰੀ ਕਹਾਣੀ ਉਹਦੀ ਚੱਲ ਰਹੀ ਹੈ। ਪਿੱਛੇ ਜੇ ਆਪਣੀ ਕਲਾਸ ਵਿੱਚ ਇਹਦੇ ਬਾਰੇ ਸਵਾਲ ਆਏ ਹੈ, ਜੇ ਆਪਣੇ ਇਸ ਸਵਾਲ ਜਵਾਬ ਪੈਨਲ ਨੇ ਜਵਾਬ ਵੀ ਦਿੱਤੇ ਹੈ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਵੀ ਇਹਦਾ ਜਵਾਬ ਦਿੱਤਾ ਸੀ, MP ਸਿੰਘ ਜੀ ਨੇ ਵੀ ਇਹਦਾ ਜਵਾਬ ਦਿੱਤਾ ਪਿੱਛੇ, ਤੇ ਇਹ ਵਿਚਾਰ ਜਿਹੜੇ ਪਿੱਛੇ ਵੀ ਚੱਲਦੇ ਰਹੇ ਆ ਇਸ ਸਵਾਲਾਂ ਦੇ ਬਾਰੇ ਚ। ਪਰ ਕਈ ਵਾਰੀ ਕਿਸੇ ਦੀ ਤਸੱਲੀ ਨਹੀਂ ਹੁੰਦੀ ਇਹਨਾਂ ਜਵਾਬਾਂ ਦੇ ਨਾਲ, ਤਾਂ ਫਿਰ ਉਹਨੂੰ ਸਮਝਣ ਦੇ ਲਈ ਹੋਰ ਆਪਣੇ ਜੋ ਵਿਆਖਿਆ ਦੇ ਜਾਣ ਦੇ ਲਈ, ਹੋਰ ਡੀਪ ਜਾਣ ਦੇ ਲਈ ਤੁਹਾਨੂੰ ਗੁਰਬਾਣੀ ਚ ਹੋਰ ਅੰਦਰ ਘੁੰਮਣਾ ਪੈਂਦਾ ਵੀ ਗੁਰੂ ਸਾਹਿਬ ਜੀ ਨੇ ਕਿ ਹੁਣ ਇੱਥੇ ਜਿਹੜੀ ਗੱਲ ਜਗ ਉਪਜਦੀ ਹੈ ਉਹ ਜਗ ਦੇ ਅਮੂਲ ਦੀ ਨਹੀਂ ਹੈ, ਇੱਥੇ ਜਗ ਦੇ ਚੱਕਰ ਦੀ ਗੱਲ, ਚੱਕਰ ਕਿੱਦਾਂ ਚੱਲਦਾ ਜਗਤ ਦਾ। ਹੁਣ ਜਿਹੜੀ ਸਾਰੀ ਗੱਲ ਇੱਥੇ ਸਮਝਣ ਵਾਲੀ ਹੈ ਨਾ, ਇੱਥੇ ਵੀ ਜਗ ਕਿਵੇਂ ਜੰਮਦਾ ਤੇ ਕਿਵੇਂ ਮਰਦਾ ਆ, ਇਹ ਗੇੜਾ ਸਾਰਾ ਉਹਦਾ ਸਾਰੀ ਕਹਾਣੀ ਸਾਰੀ ਉਸ ਗੱਲ ਦੀ ਹੈ, ਨਾ ਕਿ ਇੱਥੇ ਮੂਲ ਦੀ ਗੱਲ। ਸਤਿਗੁਰੂ ਨੇ 21ਵੀਂ ਪੌੜੀ 'ਚ ਸਵਾਲ ਦੇ ਜਵਾਬ 23ਵੀਂ ਪੌੜੀ 'ਚ ਦੇ ਦਿੱਤਾ ਸੀ ਵੀ ਜਿੱਦਾਂ ਬਣਾਇਆ ਉਹਨੇ ਹੁਕਮ ਬਣਾਇਆ ਕੀਤਾ ਚੱਲ ਪਿਆ। ਪਹਿਲਾਂ ਸੁਣ ਸੀ, ਸੁਣ ਵਿੱਚ ਆਪ ਟਿਕਿਆ ਹੋਇਆ ਸੀ। ਸਾਰਾ ਜਵਾਬ ਆਪਾਂ ਅੱਗੇ ਆਲਰੇਡੀ ਸੁਣ ਚੁੱਕੇ ਹਾਂ, ਆਪਾਂ ਕਰ ਚੁੱਕੇ ਹਾਂ, ਇਹਦੀਆਂ ਵਿਚਾਰਾਂ ਆਪਾਂ ਕਰ ਚੁੱਕੇ ਹਾਂ। ਤਾਂ ਹੁਣ ਦੇਖੋ, ਜਦੋਂ ਬਾਲਕ ਜਨਮ ਲੈਂਦਾ ਨਾ, ਆਰੰਭ ਵਿੱਚ ਉਹ ਆਪਣੇ ਆਪ ਨੂੰ ਪ੍ਰਭੂ ਨਾਲ ਮਿਲਿਆ ਮਹਿਸੂਸ ਕਰਦਾ, ਕਿਉਂਕਿ ਉਦੋਂ ਉਹਦੀ ਆਪਣੀ ਸੋਚ ਨਹੀਂ ਸੀ। ਜਦੋਂ ਬਾਲਕ ਜਨਮ ਲੈਂਦਾ ਉਹ ਸ਼ੁਰੂ ਚ ਉਹਦੇ ਕਹਿੰਦੇ ਨੇ ਉਹ ਜੁੜਿਆ ਹੋਇਆ ਮਹਿਸੂਸ ਕਰਦਾ, ਕੋਈ ਵੀ ਬਾਲਕ ਹੈ। ਪਰ ਜਿਵੇਂ ਜਿਵੇਂ ਉਸ ਬਾਲਕ ਦੀ ਚੇਤਨਾ ਵੱਧਦੀ ਹੈ, ਸਮਝ ਵੱਧਦੀ ਹੈ, ਫਿਰ ਵਖੇਵਾ ਤੇ ਅਡਰਾਪਨ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਬਾਲਕ ਦੀ ਚੇਤਨਾ ਵੱਧਦੀ ਹੈ, ਫਿਰ ਵਖੇਵਾ ਤੇ ਅਡਰਾਪਨ ਬਣਨਾ ਸ਼ੁਰੂ ਹੋ ਜਾਂਦਾ। ਫਿਰ ਉਹ ਸਮਝਦਾ ਮੈਂ ਕੁਝ ਹਾਂ, ਇਹ ਮੇਰਾ ਹੈ, ਇਹ ਉਸਦਾ ਹੈ। ਹੁਣ ਜਦੋਂ ਇਹ ਮੇਰ ਤੇਲ ਦਾ ਸਿਲਸਿਲਾ ਕਾਇਮ ਹੋ ਜਾਏ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਦੋਂ ਜੀਵ ਦੇ ਅੰਦਰ ਹਉਮੈ ਦਾ ਬੀਜ ਬੀਜਿਆ ਗਿਆ ਹੈ। ਬਸ ਇਹ ਹਉਮੈ ਦਾ ਬੀਜ ਇੱਥੋਂ ਸ਼ੁਰੂ ਹੁੰਦਾ ਹੈ। ਜਦੋਂ ਥੋੜੀ ਜਿਹੀ ਚੇਤਨਾ ਵੱਧਦੀ ਹੈ ਨਾ ਆਪਣੇ ਬੱਚੇ ਦੇ ਅੰਦਰ, ਤੁਸੀਂ ਦੇਖੋ ਘਰਾਂ 'ਚ ਆਪਾਂ ਗ੍ਰਸਤੀ ਆ, ਬੱਚਾ ਕਿਵੇਂ ਮਾਂ ਨੂੰ ਚਮਟ ਕੇ ਪੈਂਦਾ, ਉਹਨੂੰ ਪਤਾ ਲੱਗ ਜਾਂਦਾ ਇਹ ਮਾਂ ਮੇਰੀ ਹੈ, ਉਹਨੂੰ ਪਤਾ ਭਾਈ ਭੈਣ ਮੇਰੇ ਨੇ, ਉਹਨੂੰ ਪਤਾ ਮੇਰਾ ਬਾਪ ਹੈ। ਬੱਚੇ ਨੂੰ ਉਪਰੇ ਬੰਦੇ ਦੇ ਬੱਚਾ ਨੇੜੇ ਵੀ ਨਹੀਂ ਜਾਂਦਾ, ਤੁਸੀਂ ਅੱਗੇ ਉਹਨੂੰ ਉਲਾਰ ਵੀ ਦਿਓ ਨਾ, ਉਪਰੇ ਬੰਦੇ ਨੂੰ, ਬਾਹਰਲੇ ਬੰਦੇ ਨੂੰ, ਰਿਸ਼ਤੇਦਾਰ ਸੰਬੰਧੀ ਨੂੰ ਉਹ ਬਾਹਾਂ ਵੀ ਉਲਾਰ ਕੇ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰੇ ਤਾਂ ਬੱਚਾ ਉਧਰ ਜਾਂਦਾ ਨਹੀਂ। ਕਿਉਂ ਨਹੀਂ ਜਾਂਦਾ? ਕਿ ਉਹਦੇ ਅੰਦਰ ਇਸ ਚੇਤਨਾ ਵੱਧ ਗਈ, ਹੁਣ ਇਹ ਮੇਰਾ ਨਹੀਂ ਹੈ, ਮੇਰੇ ਤੋਂ ਬਾਹਰਲਾ ਹੈ। ਇੱਥੋਂ ਕੀ ਸ਼ੁਰੂ ਹੋਇਆ? ਕਹਿੰਦੇ ਨੇ ਹਉਮੈ ਦਾ ਬੀਜ ਜਿਹੜਾ ਸੀ ਬੀਜਣਾ ਸ਼ੁਰੂ ਹੋ ਗਿਆ। ਹੁਣ ਗੁਰੂ ਸਾਹਿਬ ਜੀ ਜਿਹੜੀ ਗੱਲ ਸਮਝਾਉਂਦੇ ਨੇ ਵੀ ਜਦੋਂ ਇਹ ਮੇਰ ਤੇਰ ਤਰ੍ਹਾਂ ਸੁਲਸੁਲ ਸ਼ੁਰੂ ਹੁੰਦਾ ਤਾਂ ਉਦੋਂ ਸਮਝੋ ਅੰਦਰ ਹਉਮੈ ਦਾ ਬੀਜ ਜਿਹੜਾ ਸੀ ਬੀਜਿਆ ਗਿਆ। ਉਹ ਮੇਰ ਤੇਰ ਦਾ ਫਿਰ ਜਿਹੜਾ ਜਜ਼ਬਾ ਹੈ ਤ੍ਰਿਸ਼ਨਾ ਨੂੰ ਜਨਮ ਦਿੰਦਾ ਹੈ। ਮੇਰ ਤੇਰ ਦਾ ਜਿਹੜਾ ਜਜ਼ਬਾ ਹੈ ਅੰਦਰਲਾ, ਇਹ ਫਿਰ ਤ੍ਰਿਸ਼ਨਾ ਨੂੰ ਜਨਮ ਦਿੰਦਾ ਹੈ। ਤੇ ਤ੍ਰਿਸ਼ਨਾ ਦੀ ਅੱਗ ਕਰਕੇ ਉਹ ਜੀਵ ਪਹਿਲਾਂ ਪਰਮਾਤਮਾ ਨਾਲ ਇਕਮਿਕ ਸੀ, ਹੁਣ ਹਉਮੈ ਦੇ ਕਾਰਨ ਦੁਖੀ ਹੈ ਤੇ ਤਪਦਾ ਹੈ। ਹੁਣ ਤਪਦਾ, ਅੰਦਰੋਂ ਤਪਦਾ ਹੈ, ਜੀਓ ਤਪਤ ਹੈ, ਬਾਰੋਂ ਬਾਹਰ ਹੈ। ਹੁਣ ਤਪ ਖਬੇ ਬਹੁਤ ਬੇਕਾਰ। ਹੁਣ ਕਿਉਂ? ਕਿਉਂਕਿ ਹਉਮੈ ਦਾ ਅੰਦਰ ਪਰਦਾ ਬਣ ਗਿਆ। ਤ੍ਰਿਸ਼ਨਾ ਦੀ ਅੱਗ ਅੰਦਰ ਬਲਦੀ ਹੈ, ਉਸ ਬੀਜ ਦੇ ਵਿੱਚੋਂ ਜੋ ਹਉਮੈ ਦਾ ਸੀ ਮੇਰ ਤੇਰ ਕਰਕੇ ਮੇਰੀ ਤੇਰੀ ਮੇਰੀ ਤੇਰੀ ਉਹ ਅੱਗ ਬਲਦੀ ਅੰਦਰ। ਤੇ ਉਹ ਜਦੋਂ ਅੱਗ ਬਲਦੀ ਹੈ ਉਹਦੇ ਵਿੱਚੋਂ ਫਿਰ ਇਹ ਜਿਹੜਾ ਸੀ ਇਹਦਾ ਮਨੁੱਖ ਦਾ ਜਿਹੜਾ ਸੁਭਾਅ ਸੀ ਉਹ ਬਦਲਦਾ ਤੇ ਅੰਦਰੋਂ ਤਪਦਾ ਹੀ ਰਹਿੰਦਾ, ਤਪਦਾ ਹੀ ਰਹਿੰਦਾ। ਜਿਹੜਾ ਪਹਿਲਾਂ ਪਰਮੇਸ਼ਰ ਨਾਲ ਇਕਮਿਕ ਸੀ ਉਹ ਹਉਮੈ ਦੇ ਕਾਰਨ
दूरी हो गई तो अंदरों तपदा ते दुखी हुंदा है अपने मेर तेर करके। होमे मतलब मेर तेर करके, ते मेर तेर की है? होमे मैं हों ते मैं, यही मेर तेर है ना, ये मेरा है ये तेरा है। तो इथों जी सी ये फिर दूरी शुरू हो गई। इथों जो दूरी हो गई, सतगुरु कहते भी दुखी क्यों होंदा? क्यों? क्योंकि मेर तेर करके दुखी होंदा है। किहड़े करके दुख पैंदे ने? क्योंकि उन्हें मूल नाल टुट गया, जिथे वो मूल नाल पहला जुड़िया होया सी उथों टुट गया। टुटिया तो जन्म जिहड़े सी दुख शुरू हो गए। उदों दुख शुरू हो गए तो फिर ये तृष्णा की अग करके ये मनुख जिहड़ा सी वो परमेश्वर तो दूरी बना ली। हौमे के कारण फिर मनुख के मन विच अशांति बनी रहिंदी है हर वेले। अशांति, मन टिकदा नहीं, फिर मन टिकाऊ विच नहीं आउंदा। हुण हौमे के कारण मनुख का मन जिहड़ा फिर भटकदा रहिंदा है ते सारी उम्र ही उहदी अशांति दे विच ही बीत जाती है। अशांति दे विच ही अंदर टिका आउंदा ही नहीं मन दे विच, क्योंकि हौमे का सुभाਅ ही ऐसा है। हौमे के कारण ਉਹਦਾ ਸੁਭਾਅ ਇਹੋ ਜਿਹਾ ਹੈ। एक ऐसा रोग है, ऐसा तगड़ा रोग है ਜਿਹੜੇ ਮਨੁੱਖ ਨੂੰ ਇਹ ਕਿਤੇ ਲੱਗ ਜਾਂਦਾ ਫਿਰ ਉਹ ਮਨੁੱਖ ਜਨਮ ਵੀ ਲੈਂਦਾ, ਹਉਮੈ ਕਰਕੇ ਮਰਦਾ ਵੀ ਹੈ। ਹੁਣ ਜਿਹੜਾ ਵੱਖਰਾ ਹੋ ਗਿਆ ਆਪਣੇ ਪਰਮੇਸ਼ਰ ਤੋਂ, ਆਪਣੀ ਹੋਂਦ ਨੂੰ ਬਣਾ ਲਿਆ, ਇਹ ਜਨਮ ਮਰਨ ਦਾ ਮੂਲ ਕਾਰਨ ਇੱਥੋਂ ਸ਼ੁਰੂ ਹੋਇਆ। ਇੱਥੇ ਸਤਿਗੁਰੂ ਨੇ ਕਿਹਾ ਹਉਮੈ ਵਿੱਚ ਜਾਗ ਉਪਜੈ, ਕਿਉਂਕਿ ਹੁਣ ਉਹਨੇ ਨਾਲ ਜਿਹੜੀ ਸੀ ਆਪਣੀ ਛੱਡ ਦਿੱਤਾ, ਮੂਲ ਛੱਡ ਦਿੱਤਾ। ਜਦੋਂ ਮੂਲ ਛੱਡ ਦਿੱਤਾ ਤੇ ਮੂਲ ਵਿੱਚ ਸਮਾ ਨਹੀਂ ਸਕਦਾ। ਜਾਂ ਤਾਂ ਸਮਝ ਆ ਜਾਂਦੀ ਕਿਤੇ ਗੁਰੂ ਦਾ ਸ਼ਬਦ ਵੱਜਦਾ ਤੇ ਉਹ ਸਮਝ ਆਉਂਦੀ ਤੇ ਆਪਣੇ ਮੂਲ ਵਿੱਚ ਫਿਰ ਸਮਾ ਜਾਂਦਾ। ਪਰ ਇਹ ਮਨ ਕਿਉਂਕਿ ਐਡਾ ਚੰਚਲ ਸੀ, ਐਡਾ ਚਲਾਕ ਸੀ, ਇਹਨੇ ਗੁਰੂ ਸਾਹਿਬ ਜੀ ਨੇ ਦਿੱਤੀ ਹੋਈ ਵਿਵੇਕ ਬੁੱਧ ਦਾ ਵੀ ਇਸਤੇਮਾਲ ਨਾ ਕੀਤਾ। ਦੇਖੋ ਅਸੀਂ ਪਿੱਛੇ ਵਿਚਾਰ ਕੀਤੀ, ਇੱਕ ਬੁੱਧ ਹੈ, ਇੱਕ ਕਬੁੱਧ ਹੈ, ਇੱਕ ਸੁਬੁੱਧ ਹੈ। ਇਹ ਹੁਣ ਮਨ ਜਿਹੜਾ ਸੀ ਇਹ ਬਾਹਰਲੇ ਸੰਕਲਪ ਵਿਕਲਪ ਤਾਂ ਕਰਦਾ ਰਿਹਾ, ਹਉਮੈ ਦੇ ਕਰਕੇ ਸਾਰੀ ਜ਼ਿੰਦਗੀ ਇਹ ਦੂਰੀ ਬਣਾ ਕੇ ਬੈਠਾ ਰਿਹਾ। ਅੰਦਰ ਨਹੀਂ ਦੇਖਿਆ ਨੇ ਵੀ ਮੇਰੇ ਅੰਦਰ ਕੀ ਹੈ। ਜਿਹੜਾ ਆਪਾਂ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਗੱਲ ਅਸੀਂ ਕਹਿੰਦੇ ਆ ਨਾ ਵੀ ਮਨ ਤੂੰ ਜੋਤ ਸਰੂਪ ਹੈ, ਪਰ ਮਨ ਨੇ ਆਪਣਾ ਮੂਲ ਨਹੀਂ ਪਛਾਣਿਆ। ਜੇ ਮਨ ਨੇ ਆਪਣਾ ਮੂਲ ਨਹੀਂ ਪਛਾਣਿਆ ਤੇ ਮਨ ਦੁਖੀ ਹੈ। ਫਿਰ ਦੁਖੀ ਕਿਉਂ ਹੈ? ਤੇ ਗੁਰੂ ਸਾਹਿਬ ਜੀ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਨੇ ਮਨ ਤੂੰ ਗਰਭ ਅਟਿਆ ਗਰਭ ਲੱਦਿਆ ਜਾਏ। ਲੋ ਇੱਥੇ ਹੁਣ ਗੁਰੂ ਅਮਰਦਾਸ ਜੀ ਪਾਤਸ਼ਾਹ ਜਵਾਬ ਵੀ ਦਿੰਦੇ ਨੇ ਕਿ ਮਨ ਤੂੰ ਹੰਕਾਰ ਨਾਲ ਲਿਬੜਿਆ ਪਿਆ ਹੈ, ਹਉਮੈ ਨਾਲ ਲਿਬੜਿਆ ਪਿਆ ਹੈ, ਮੇਰੀ ਮੇਰੀ ਕਰਕੇ ਲਿਬੜਿਆ ਪਿਆ ਹੈ। ਮੇਰੀ ਮੇਰੀ ਕਰਤੇ ਜਨਮ ਗਿਓ, ਸਾਇਰ ਸੁਖ ਭੁਜੰਗ ਬਲਿਓ। ਤੇਰੀਆਂ ਤਾਂ ਬਾਹਾਂ ਦਾ ਜ਼ੋਰ ਵੀ ਸੁੱਕ ਗਿਆ, ਸਾਰੀ ਜ਼ਿੰਦਗੀ ਤੇਰੀ ਮੇਰੀ ਮੇਰੀ ਕਰਦੇ ਨਿਕਲ ਗਈ, ਮੇਰੀ ਮੇਰੀ ਕਰਦਿਆਂ ਤੇਰੀ ਜ਼ਿੰਦਗੀ ਨਿਕਲ ਗਈ। ਕਹਿੰਦੇ ਮਨ ਤੂੰ ਗਰਭ ਬੱਟਿਆ ਗਰਭ ਲੱਦਿਆ ਜਾਏ, ਤੇ ਹੰਕਾਰ ਦੇ ਵਿੱਚ ਹੀ ਤੂੰ ਫਿਰ ਤੁਰ ਪੈਣਾ, ਸੰਸਾਰ ਤੋਂ ਇਦਾਂ ਹੀ ਚਲਾ ਜਾਣਾ। ਜਦੋਂ ਹੰਕਾਰ ਵਿੱਚ ਤੂੰ ਚਲਾ ਜਾਣਾ ਹੈ, ਤੇਰੀ ਤੇ ਉਹਦੀ ਮਾਲਕ ਦੀ ਜੋਤ ਦੂਰੀ ਨਹੀਂ ਦੂਰ ਹੋਈ, ਇਸ ਕਰਕੇ ਤੈਨੂੰ ਜਨਮ ਮਰਨ ਵਿੱਚ ਫਿਰ ਪੈਣਾ ਪੈਣਾ, ਫਿਰ ਜੰਮਣਾ ਪੈਣਾ, ਫਿਰ ਮਰਨਾ ਪੈਣਾ, ਫਿਰ ਜੰਮਣਾ ਪੈਣਾ, ਫਿਰ ਮਰਨਾ ਪੈਣਾ। ਇਹਦਾ ਮਤਲਬ ਕੀ ਹੋਇਆ? ਇਹ ਜੰਮਣ ਤੇ ਮਰਨ ਦਾ ਮੂਲ ਕਾਰਨ ਕੀ ਹੋ ਗਿਆ? ਉਹ ਹੰਕਾਰ, ਜਿਹਦੇ ਨਾਲ ਦੂਰੀ ਸੀ, ਜਿਹਦੇ ਨਾਲ ਪਰਮੇਸ਼ਰ ਤੋਂ ਦੂਰੀ ਬਣੀ ਹੋਈ ਸੀ, ਮੈਂ ਮੇਰੀ ਕਰਕੇ। ਤੋ ਇਹ ਜਿਹੜਾ ਮਨ ਹੰਕਾਰ ਵਿੱਚ ਆਫਰਿਆ ਹੋਇਆ ਮਨ ਜਿਹੜਾ ਨਾ ਗਰਭ ਬੱਟਿਆ ਮਨ ਹੈ, ਇਹ ਕਹਿੰਦੇ ਨੇ ਕਦੀ ਵੀ ਨਹੀਂ ਟਿਕਦਾ। ਇਹ ਕਹਿੰਦੇ ਦੇਖ ਇਹ ਜਗਤ ਦੀ ਸੋਹਣੀ ਮਾਇਆ ਨੇ ਤੈਨੂੰ ਫਸਾ ਲਿਆ, ਜਿਹਦੇ ਕਰਕੇ ਤੂੰ ਬਾਹਰ ਨਿਕਲ ਗਿਆ। ਆਪਾਂ ਅੱਗੇ ਜਾ ਕੇ ਦਾ ਜ਼ਿਕਰ ਵੀ ਕਰਦੇ ਹਾਂ, ਪਰ ਇੱਥੇ ਸਤਿਗੁਰੂ ਜੀ ਕਹਿੰਦੇ ਵੀ ਤੂੰ ਗਰਭ ਵੱਡਿਆ, ਇਸ ਕਰਕੇ ਤੂੰ ਜ਼ਿੰਦਗੀ ਤੇਰੀ ਸਾਰੀ ਹੰਕਾਰ ਦੇ ਵਿੱਚ ਹੀ ਬੀਤ ਰਹੀ ਹੈ। ਉਹ ਤੇਰਾ ਮੂਲ ਕਾਰਨ ਬਣ ਗਿਆ ਹਉਮੈ, ਜਿਹੜਾ ਜਨਮ ਦਾ ਸੀ। ਤੋ ਦੇਖੋ ਹੁਣ ਅਸੀਂ ਕੀ ਕਰਦੇ ਹਾਂ। ਗੁਰੂ ਪਾਤਸ਼ਾਹ ਸਤਿਗੁਰੂ ਜੀ ਦਾ ਇੱਕ ਬਚਨ ਆਉਂਦਾ ਵਡਹੰਸ ਰਾਗ ਵਿੱਚ, ਗੁਰੂ ਅਮਰਦਾਸ ਜੀ ਦਾ, ਕਹਿੰਦੇ ਨੇ ਹਉਮੈ ਅੰਦਰ ਖੜਕ ਹੈ, ਖੜਕੈ ਖੜਕ ਵਿਹਾਏ। ਖੜਕ ਦਾ ਅਰਥ ਹੈ ਸ਼ਾਂਤੀ, ਦੁੱਖ। ਹਉਮੈ ਕਰਕੇ ਬੰਦਾ ਅੰਦਰੋਂ ਦੁਖੀ ਹੈ, ਅਸ਼ਾਂਤੀ ਵਿੱਚ ਰਹਿੰਦਾ ਹੈ। ਹਉਮੈ ਵੱਡਾ ਰੋਗ ਹੈ, ਮਰ ਜੰਮੈ ਆਵੇ ਜਾਏ। ਲੋ ਇੱਥੇ ਜਵਾਬ ਮਿਲਿਆ ਸਾਨੂੰ ਵੀ ਇਹ ਐਸਾ ਰੋਗ ਹੈ ਹਉਮੈ ਦਾ, ਜਿਹਦੇ ਕਰਕੇ ਮਨੁੱਖ ਦਾ ਜਨਮ ਮਰਨ ਦਾ ਗੇੜਾ ਤਾਣਿਆ ਜਾਂਦਾ ਹੈ। ਪਹਿਲਾਂ ਜਦੋਂ ਭੇਜਿਆ ਸੀ ਉਦੋਂ ਇਸ ਕਰਕੇ ਭੇਜਿਆ ਸੀ ਵੀ ਆਪਣੇ ਮੂਲ ਨਾਲ ਜੁੜ ਕੇ ਰਹੀ, ਪਰ ਕਿਉਂਕਿ ਸੁਭਾਅ ਚੰਚਲ ਸੀ, ਮਨ ਦਾ ਸੁਭਾਅ ਚੰਚਲ ਹੈ, ਇਹਨੇ ਬਾਹਰ ਦੀਆਂ ਉਡਾਰੀਆਂ ਮਾਰੀਆਂ। ਬਾਹਰ ਦੀਆਂ ਉਡਾਰੀਆਂ ਕਰਕੇ ਆਪਣੇ ਮੂਲ ਨੂੰ ਛੱਡ ਗਿਆ, ਆਤਮਾ ਦੀ ਗੱਲ ਨਹੀਂ ਸੁਣੀ, ਆਪਣੇ ਮੂਲ ਦੀ ਗੱਲ ਨਹੀਂ ਸੁਣੀ, ਜੋਤ ਸਰੂਪ ਨੂੰ ਛੱਡ ਕੇ ਬਾਹਰ ਮੁਖੀ ਹੋ ਤੁਰਿਆ, ਚੰਗੇ ਵਿਚਾਰ ਨਹੀਂ ਲਏ, ਹਉਮੈ ਕਰਕੇ ਮੈਂ ਮੇਰੀ ਕਰ ਹੋ ਗਈ। ਤਾਂ ਹੁਣ ਸਤਿਗੁਰੂ ਕਹਿੰਦੇ ਨੇ ਮਰ ਜੰਮੈ ਆਵੇ ਜਾਏ। ਫਿਰ ਜੰਮਦਾ ਤੇ ਮਰਦਾ ਉਸ ਹਉਮੈ ਕਰਕੇ ਆ। ਹਉ ਵਿੱਚ ਆਇਆ, ਹਉ ਵਿੱਚ ਗਿਆ। ਉੱਥੇ ਵੀ ਆਪਾਂ ਗੱਲ ਬੜੀ ਸੀ ਵੀ ਹੰਕਾਰ 'ਚ ਹੀ ਜੰਮਿਆ ਤੇ ਹੰਕਾਰ 'ਚ ਫਿਰ ਮਰ ਗਿਆ। ਫਿਰ ਨਹੀਂ ਅੱਗੇ ਸੋਚਿਆ ਵੀ ਹੁਣ ਵੀ ਅਗਲਾ ਜਨਮ ਮੈਂ ਅੱਗੇ ਪੈ ਗਿਆ ਤਾਂ ਫਿਰ ਮੈਂ ਹੁਣ ਕਰ ਲਵਾਂ।
ਕਹਿੰਦੇ ਸਾਰੀ ਜ਼ਿੰਦਗੀ ਵੀ ਹੰਕਾਰ ਚ ਨਿਕਲ ਗਈ, ਹੋਮੇ ਕਰਕੇ ਤੈਨੂੰ ਜਨਮ ਮਰਨ ਦਾ ਤਾਣਾ ਤਣਿਆ ਗਿਆ। ਗੁਨਾਹ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ। ਤੇਰੀ ਗੁਨਾਹ ਨਾਲੋਂ ਪ੍ਰੀਤ ਟੁੱਟ ਗਈ, ਹੋਮੇ ਚ ਤੂੰ ਫਸ ਗਿਆ, ਤੇ ਜਨਮ ਮਰਨ ਦੇ ਨਾਲ ਤੇਰਾ ਸਾਰਾ ਚੱਕਰ ਜਿਹੜਾ ਸੀ ਉਹ ਇਦਾਂ ਹੀ ਚੱਲਦਾ ਰਿਹਾ, ਤੇ ਜਨਮ ਮਰਨ ਦਾ ਚੱਕਰ ਜਿਹੜਾ ਸੀ ਉਹ ਟੁੱਟ ਨਾ ਸਕਿਆ। ਤੋ ਇਹ ਜਿਹੜੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਨੇ, ਦੇਖੋ ਜੀਵ ਦੇ ਜੀਵਨ ਦੀ ਕਹਾਣੀ ਇਹੋ ਹੀ ਹੈ। ਗੁਰੂ ਨਾਨਕ ਸਾਹਿਬ ਨੇ ਇਸ ਜੀਵਨ ਦੀ ਤਸਵੀਰ ਖਿੱਚਦੇ ਹੋਏ ਬੜੀ ਕਮਾਲ ਦੀ ਗੱਲ ਸਮਝਾਈ। ਕਹਿੰਦੇ ਜਨਮ ਹੋਇਆ, ਥੋੜਾ ਜਿਹਾ ਵੱਡਾ ਹੋਇਆ, ਲਿਵ ਟੁੱਟ ਗਈ, ਜਗਤ ਦਾ ਮੋਹ ਆਰੰਭ ਹੋ ਗਿਆ। ਪਹਿਲਾਂ ਇਸ ਜੀਵ ਨੂੰ ਮਾਂ ਦੇ ਦੁੱਧ ਦੀ ਪਕੜ ਸ਼ੁਰੂ ਹੋਈ, ਪਹਿਲਾਂ ਮਾਂ ਦੇ ਦੁੱਧ ਦੀ ਪਕੜ ਸ਼ੁਰੂ ਹੋਈ। ਦੇਖੋ ਪਹਿਲਾਂ ਨਾ ਕਿਵੇਂ ਆਪਣੇ ਆਪ ਹੀ ਦੁੱਧ ਲੱਭ ਲੈਂਦਾ, ਕਿ ਉਹਨੂੰ ਸਮਝਾਉਣਾ ਥੋੜੀ ਪੈਂਦਾ, ਉਦੋਂ ਸਮਝ ਥੋੜੀ ਆ ਬੱਚੇ ਦੇ ਕੋਲ ਕਿ ਦੁੱਧ ਪੀਣਾ ਹੈ, ਆਪਣੇ ਆਪ ਹੀ ਲੱਭੇਗਾ। ਉਹਦੀ ਪਕੜ ਹੋਈ ਅੰਦਰੋਂ, ਉਹਨੂੰ ਖਿੱਚ ਪੈਣੀ, ਉਹ ਪਕੜ ਸ਼ੁਰੂ ਹੋ ਗਈ ਉਹਦੇ ਅੰਦਰ। ਮਾਂ ਦੇ ਦੁੱਧ ਦੀ ਪਹਿਲਾਂ ਜੀਵ ਨੂੰ ਪਕੜ ਸ਼ੁਰੂ ਹੁੰਦੀ ਹੈ। ਫਿਰ ਜਦੋਂ ਥੋੜਾ ਜਿਹਾ ਸਿਆਣਾ ਹੋਇਆ ਤਾਂ ਫਿਰ ਮਾਂ-ਬਾਪ ਦੀ ਸੋਝੀ ਹੋ ਜਾਂਦੀ ਹੈ। ਜਦੋਂ ਜੀਵ ਥੋੜਾ ਜਿਹਾ ਸਿਆਣਾ ਹੁੰਦਾ ਫਿਰ ਮਾਂ-ਬਾਪ ਦੀ ਸੋਝੀ ਹੋ ਜਾਂਦੀ ਹੈ। ਹੌਲੀ ਹੌਲੀ ਫਿਰ ਭੈਣਾਂ ਭਰਾਵਾਂ ਦੀ ਤੇ ਸੰਬੰਧੀਆਂ ਦੀ ਪਛਾਣ ਬਣ ਜਾਂਦੀ ਹੈ। ਜਦੋਂ ਭੈਣਾਂ ਭਰਾਵਾਂ ਸੰਬੰਧੀਆਂ ਦੀ ਪਛਾਣ ਬਣਦੀ, ਕਹਿੰਦੇ ਨੇ ਹੋਰ ਅੱਗੇ ਵੱਧ ਗਿਆ, ਫਿਰ ਖੇਡਾਂ ਨਾਲ ਪਿਆਰ ਹੋ ਗਿਆ। ਸਾਰੀ ਜ਼ਿੰਦਗੀ ਤਾਂ ਰਹੀ ਹਉਮੈ ਦੇ ਵਿੱਚ, ਫਿਰ ਖੇਡਾਂ ਨਾਲ ਪਿਆਰ ਹੋ ਗਿਆ। ਫਿਰ ਕੀ ਸੀ, ਅੰਦਰ ਖੇਡਣ ਦੀ ਰੁਚੀ ਪੈਦਾ ਹੋ ਗਈ, ਜੇ ਹੁਣ ਖੇਡੀ ਹੈ, ਖੇਡਣਾ ਹੀ ਹੈ, ਬਸ ਉਹਦਾ ਨਿਸ਼ਾਨਾ ਹੀ ਖੇਡਾ। ਫਿਰ ਹੌਲੀ ਹੌਲੀ ਵੱਡਾ ਹੋਇਆ, ਖਾਣ ਪੀਣ ਦੀ ਲਾਲਸਾ ਬਣ ਗਈ, ਵੀ ਹੁਣ ਖਾਣ ਦੀ ਸਾਰੀ ਜ਼ਿੰਦਗੀ ਬਸ ਆਹ ਖਾ ਲਵਾਂ, ਆਹ ਖਾ ਲਵਾਂ। ਜਵਾਨੀ ਅੰਦਰ ਕਦਮ ਰੱਖਦਿਆਂ ਫਿਰ ਕਾਮ ਪੈਦਾ ਹੋ ਜਾਂਦਾ, ਅੰਦਰ ਕਾਮ ਵਾਸ਼ਨਾ ਨੇ ਆ ਕੇ ਜ਼ੋਰ ਪਾ ਲਿਆ। ਉਹ ਭੋਲਿਆ ਇਹ ਦੱਸ ਵੀ ਉਦੋਂ ਤਾਂ ਤੂੰ ਜਾਤ ਕੁਜਾਤ ਵੀ ਨਹੀਂ ਦੇਖੀ, ਕਾਮ ਨੇ ਨਾ ਕੋਈ ਜਾਤ ਦੇਖੀ, ਨਾ ਕੁਜਾਤ ਦੇਖੀ, ਨਾ ਕਿਸੇ ਨੂੰ ਦੇਖਿਆ, ਬਸ ਕਾਮ ਵਾਸ਼ਨਾ ਦੀ ਪੂਰਤੀ ਲਈ ਕਿੱਦਾਂ ਅੰਨਾ ਹੋਇਆ ਕਿਉਂਕਿ ਇਹ ਬਾਹਰ ਮੁਖੀ ਹੋ ਗਿਆ। ਫਿਰ ਜੀਵ ਜਿਹੜਾ ਪਦਾਰਥਾਂ ਨੂੰ ਇਕੱਠੇ ਕਰਨ ਵਾਲੇ ਪਾਸੇ ਲੱਗ ਜਾਂਦਾ। ਜੀਵ ਦਾ ਘਾ ਕੀ ਹੈ, ਕਹਿੰਦਾ ਆਪਣਾ ਪਦਾਰਥਾਂ ਨੂੰ ਇਕੱਠੇ ਕਰੋ, ਆਪਣਾ ਘਰ ਬਣਾਵਾਂ, ਆਪਣਾ ਵੱਖਰਾ ਵਸੇਵਾ ਬਣਾਵਾਂ। ਫਿਰ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਫਿਰ ਅੰਦਰ ਕ੍ਰੋਧ ਵੀ ਆ ਕੇ ਜਨਮ ਲੈ ਲੈਂਦਾ, ਕ੍ਰੋਧ ਵੀ ਆ ਕੇ ਨਾਲ ਖੜੀ ਹੋ ਜਾਂਦੀ, ਆ ਕੇ ਕੰਮ ਪੂਰੇ ਹੁੰਦੇ ਨਹੀਂ, ਫਿਰ ਗੁੱਸੇ ਨਾਲ ਸੜਿਆ ਰਹਿੰਦਾ ਅੰਦਰੋਂ। ਇਹ ਕ੍ਰੋਧ ਦੀ ਅੱਗ ਵਿੱਚ ਹਮੇਸ਼ਾ ਸੜਿਆ ਰਹਿੰਦਾ। ਬਸ ਇਹਨਾਂ ਮਾਮਲਿਆਂ ਵਿੱਚ ਹੀ ਇਹਦੇ ਕੇਸ ਚਿੱਟੇ ਹੋ ਜਾਂਦੇ ਆ। ਠੀਕ ਹੈ, ਛਪਾਉਣ ਦਾ ਯਤਨ ਕਰਦੇ ਆ ਰੰਗ ਰੁੰਗ ਲਾ ਕੇ, ਪਰ ਗੱਲ ਥੋੜੀ ਬਣਨੀ ਹੈ। ਇਹ ਤਾਂ ਜਿੰਨਾ ਮਰਜ਼ੀ ਛਪਾ ਲਓ, ਇਹ ਤਾਂ ਮੂੰਹ ਤੇ ਪਈਆਂ ਹੋਈਆਂ ਝੋਡੀਆਂ ਨੇ ਦੱਸ ਹੀ ਦੇਣਾ ਵੀ ਤੇਰੀ ਉਮਰ ਕਿੰਨੀ ਹੋ ਗਈ ਹੈ। ਵੀ ਕੇਸ ਕਹਿੰਦੇ ਚਿੱਟੇ ਹੋ ਜਾਂਦੇ, ਕਈ ਬਿਮਾਰੀਆਂ ਆ ਘਿਰਦੀਆਂ। ਫਿਰ ਕਹਿੰਦੇ ਹੌਲੀ ਹੌਲੀ ਸਾਹ ਵੀ ਰੁਕਣ ਲੱਗ ਪੈਂਦਾ, ਔਖੇ ਸਾਹ ਆਉਂਦੇ ਨੇ। ਫਿਰ ਤਾਂ ਕੁੱਜਾ ਵੀ ਜਿਹੜਾ ਕੋਲ ਪਿਆ, ਅੱਜ ਫਰੀਦੇ ਕੁਜੜਾ ਸੋ ਕੋਹਾਂ ਥਿਓਮ, ਵੀ ਜਿੰਨੀਆਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਕਹਿੰਦੇ ਮੈਂ ਜਗਤ ਘੁੰਮ ਲਿਆ ਸੀ, ਅੱਜ ਕੋਲ ਪਿਆ ਕੁੱਜਾ ਵੀ ਨਜ਼ਰ ਫੜਿਆ ਨਹੀਂ ਜਾਂਦਾ। ਅਖੀਰ ਕਹਿੰਦੇ ਫਿਰ ਜੀਵਨ ਦਾ ਅੰਤ ਹੋ ਜਾਂਦਾ, ਇਹ ਸੜ ਕੇ ਸੁਆਹ ਦੀ ਢੇਰੀ ਬਣ ਜਾਂਦਾ। ਸੰਬੰਧੀ ਢਾਹਾਂ ਮਾਰਦੇ ਨੇ, ਰੋਂਦੇ ਹੋਣਗੇ। ਜੀਵ ਨੂੰ ਆਤਮਾ ਰੂਪੀ ਹੰਸ ਸਰੀਰ ਵਿੱਚੋਂ ਨਿਕਲ ਕੇ ਅਗਲੇ ਸਰੀਰ ਵਿੱਚ ਅਗਲੇ ਰਾਹ 'ਚ ਪੈ ਜਾਂਦਾ। ਫਿਰ ਜੀਵ ਜਗਤ ਵਿੱਚ ਆਇਆ ਤੇ ਤੁਰ ਗਿਆ, ਉਹਦਾ ਨਾਮ ਜਿਹੜਾ ਸੀ ਸੰਸਾਰ ਉਹ ਵੀ ਭੁੱਲ ਗਿਆ ਵੀ ਹੋਇਆ ਸੀ ਇੱਥੇ। ਕਿੰਨਿਆਂ ਕੁ ਨੂੰ ਯਾਦ ਕਰਦੇ ਆਂਢੀ ਗੁਆਂਢੀ, ਕਿੰਨੇ ਜਾਂਦੇ ਦੇਖੇ ਆਪਾਂ, ਕਿੰਨਿਆਂ ਕੁ ਨੂੰ ਆਪਾਂ ਯਾਦ, ਸੰਤ ਨਾਂ ਵੀ ਭੁੱਲ ਜਾਂਦੇ, ਕਿੰਨੇ ਕੁ ਸੰਸਕਾਰ ਅਸੀਂ ਕਰ ਆਏ ਹਾਂ, ਕਿੰਨੇ ਕੁ ਸੰਸਕਾਰਾਂ ਵਿੱਚ ਅਸੀਂ ਜਾ ਕੇ ਸ਼ਾਮਲ ਹੋਏ, ਸੰਤ ਨਾਂ ਵੀ ਯਾਦ ਨਹੀਂ ਹੋਣੇ। ਤੇ ਮਤਲਬ ਸਾਡੇ ਤਾਂ ਜ਼ਿੰਦਗੀ ਦਾ ਖੇਡ ਹੀ ਇਹੋ ਜਿਹੀ ਹੈ ਨਾ, ਵੀ ਨਾਂ ਹੀ ਭੁੱਲ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਮਾਝ ਰਾਖ 'ਚ ਜਿਹੜਾ ਸ਼ਬਦ ਲਿਖਿਆ, ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਤੇ ਪਹਿਲਾ ਦੁੱਧ ਮਾਂ ਦਾ, ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਵੇਵ, ਫਿਰ ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ न ਪੁੱਛੇ ਜਾਤ, ਸਤਵੇਂ ਸੰਜ ਕੀਆ ਘਰ ਬਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਤੇ ਫਿਰ ਅੱਗੇ ਕਹਿੰਦੇ ਨਾਵੇਂ ਧੋਲੇ ਉਭੇ ਸ਼ਾ, ਧੋਲੇ ਆ ਗਏ, ਸਾਹ ਔਖਾ ਹੋ ਗਿਆ। ਕਹਿੰਦੇ ਨੇ ਦਸਵੇਂ ਦੱਦਾ ਹੋਆ ਸੁਆ, ਫਿਰ ਕੀ ਮਰ ਗਿਆ, ਖਤਮ ਹੋ ਗਿਆ। ਹਾਂਜੀ, ਕਹਿੰਦੇ ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ। ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਨਾ, ਵੀ ਜੀਵ ਦੀ ਹਾਲਤ ਇਹ ਹੈਗੀ ਹੈ, ਜੀਵ ਦੀ ਕਹਾਣੀ ਸਾਰੀ ਹੈ। ਤਾਂ ਸਿੱਧੋ ਪ੍ਰਭੂ ਤਾਂ ਬੜਾ ਵਿਸ਼ਾਲ ਹੈ, ਉਹਨੇ ਆਪਣੇ ਸਾਗਰ, ਵਿਸ਼ਾਲ ਸਾਗਰ ਦੇ ਵਿੱਚੋਂ ਸਾਡੀਆਂ ਇੱਕ ਬੂੰਦਾਂ ਜਿਹੜੀਆਂ ਜੀਵਾਂ ਦੇ ਰੂਪ 'ਚ ਪੈਦਾ ਕੀਤੀਆਂ। ਕਿੰਨੀਆਂ ਬੂੰਦਾਂ ਪਤਾ ਨਹੀਂ, ਅਣਗਿਣਤ। ਜਦੋਂ ਉਹਨੇ ਬਣਾਇਆ ਸੀ ਉਦੋਂ ਇੱਕ ਬੂੰਦ ਭੇਜੀ ਸੀ, ਉਸ ਕੀ ਸੀ, ਕਹਿੰਦੇ ਨੇ ਸਿੱਧੋ ਹੋਇਆ ਕਿ ਬੂੰਦ ਉਹਦੇ 'ਚੋਂ ਵਿਛੜ ਗਈ। ਲੋ ਹੁਣ ਗੁਰੂ ਸਾਹਿਬ ਜੀ ਬੜੇ ਕਮਾਲ ਦੀ ਗੱਲ ਕਹਿੰਦੇ ਨੇ ਵਿਛੜ ਕਿਉਂ ਗਈ, ਵਿਛੋੜੇ ਦਾ ਕਾਰਨ ਕੀ ਸੀ। ਆ ਦੁਨੀਆ ਦੇ ਸਾਗਰਾਂ ਨੂੰ, ਆਪਾਂ ਸਮੁੰਦਰਾਂ ਨੂੰ ਦੇਖਦੇ ਹਾਂ, ਇਹਦੇ 'ਚੋਂ ਕਿੰਨੀਆਂ ਬੂੰਦਾਂ ਉੱਡਦੀਆਂ ਨੇ, ਉੱਡਣ ਦਾ ਕਾਰਨ ਕੀ ਹੈ। ਗਰਮ ਹਵਾ,
ਹਵਾ 'ਚ ਹੀ ਉੜਦੇ ਨਾ, ਜਦੋਂ ਵਾਸ਼ਪੀਕਰਨ ਅਸੀਂ ਕਹਿ ਦਿੰਦੇ ਆ ਵੀ ਹਾਂ ਬੂੰਦਾਂ ਉੱਡਦੀਆਂ ਨੇ, ਗਰਮ ਹਵਾ ਕਰਕੇ ਉੱਡਦੀਆਂ ਨੇ। ਹੁਣ ਦੁਨੀਆ ਦੇ ਪਦਾਰਥਾਂ ਦੀ ਗਰਮ ਹਵਾ ਸੀ ਜਿਹੜੀ ਵਗੀ, ਤੇ ਇਹ ਬੂੰਦ ਜਿਹੜੀ ਸੀ ਉਸ ਪਦਾਰਥ ਲੈ ਕੇ ਕਹਿੰਦਾ ਚੱਲ ਚੱਲ ਤੂੰ ਇਹ ਜਿਹੜੇ ਪਦਾਰਥ ਨੇ ਫਿਰ ਦੁਨੀਆ ਦੀ ਗਰਮ ਹਵਾ ਦੇ ਬੁੱਲੇ ਜਦੋਂ ਆਉਂਦੇ ਨੇ ਇਹ ਬੰਦੇ ਨੂੰ ਕਹਿੰਦੇ ਨੇ ਉਹ ਛੱਡ ਕੀ ਕਰਦਾ ਪਿਆ ਇੱਥੇ ਬੈਠ ਕੇ, ਇਹ ਸਾਗਰ ਵਿੱਚ ਰਹਿ ਕੇ ਤੂੰ ਕੀ ਕਰਨਾ, ਆਪਣੇ ਮੂਲ 'ਚ ਰਹਿ ਕੇ ਕੀ ਕਰਨਾ, ਆਤਮਾ ਨੂੰ ਵੇਖ ਕੇ ਤੂੰ ਕੀ ਕਰਨਾ, ਉਹ ਚੱਲ ਤੈਨੂੰ ਗਗਨ ਦੀਆਂ ਉਟਾਰੀਆਂ ਲਿਆ ਕੇ ਲਿਆਵਾਂ। ਪਦਾਰਥ ਫਿਰ ਮਨ ਫਿਰ ਇਹੋ ਜਿਹਾ ਹੋ ਜਾਂਦਾ ਨਾ, ਚੱਲ ਕਹਿੰਦੇ ਤੈਨੂੰ ਆਕਾਸ਼ ਦੀਆਂ ਉਡਾਰੀਆਂ ਲਿਆ ਕੇ ਲੈ ਗਏ, ਚੱਲ ਤੈਨੂੰ ਆਕਾਸ਼ ਵਿੱਚ ਲੈ ਚੱਲੀਏ, ਮਨ ਤਾਂ ਇਹੋ ਹੀ ਗੱਲ ਕਹਿੰਦਾ। ਹੁਣ ਪਦਾਰਥਾਂ ਦੀ ਸੰਗਤ ਵਿੱਚ ਮਨੁੱਖ ਨੂੰ ਉਚਾਈਆਂ ਨੂੰ ਤਾਂ ਛੂਹਣਾ ਚਾਹਿਆ, ਬਾਹਰਲੇ ਮੈਂ ਕਰਕੇ ਹਉਮੈ ਕਰਕੇ ਵੱਖਰੇ ਹੋ ਕੇ, ਹੋਂ ਤਾਂ ਮੈਂ ਹੋ ਗਈ ਨਾ, ਵੱਖਰੇ ਹੋ ਕੇ ਕਿ ਦੁਨੀਆ ਦੀ ਬੁਲੰਦੀਆਂ ਨੂੰ ਤੈਨੂੰ ਛੂਹਣਾ ਚਾਹ ਲਿਆ ਵੀ ਦੁਨੀਆ ਦੀ ਬੁਲੰਦੀਆਂ ਨੂੰ ਛੂਹ ਲਵਾਂ। ਪਰ ਹੋਇਆ ਕੀ, ਜਿੱਧਰੋਂ ਪਦਾਰਥਾਂ ਦੀ ਖਿੱਚ ਪਈ ਉਧਰ ਨੂੰ ਹੀ ਦੌੜ ਤੁਰਿਆ। ਬੁਲੰਦੀਆਂ ਤਾਂ ਕੀ ਛੁੜੀਆਂ ਸੀ, ਸਾਰੀ ਜ਼ਿੰਦਗੀ ਦੌੜ ਭੱਜ ਚ ਨਿਕਲ ਗਈ, ਟਿਕਾ ਆਇਆ ਹੀ ਨਾ। ਜਿੱਧਰੋਂ ਪਤਾ ਲੱਗਾ ਵੀ ਹਾਂ ਉਧਰ ਵਧੀਆ ਨੇ, ਚੱਲ ਉਧਰ ਨੂੰ ਭੱਜ ਪਿਆ, ਉਧਰ ਪਤਾ ਲੱਗਾ ਉਧਰ ਪੈਸਾ ਦੌਲਤ ਹੈ, ਉਧਰ ਨੂੰ ਭੱਜ ਤੁਰਿਆ। ਦੁਨੀਆ ਦੇ ਪਦਾਰਥਾਂ ਦੀ ਤਾਂ ਖਿੱਚ ਇਹੋ ਜਿਹੀ ਸੀ, ਟਿਕਾਣਾ ਹੀ ਨਾ ਰਿਹਾ। ਕਹਿੰਦੇ ਇਹਦਾ ਕੋਈ, ਕਹਿੰਦੇ ਇੱਕ ਟਿਕਾਣਾ ਛੱਡ ਕੇ ਬੇਟਿਕਾਣਾ ਹੀ ਹੋ ਗਿਆ, ਆਪਣਾ ਟਿਕਾਣਾ ਛੱਡਿਆ, ਮੂਲ ਛੱਡਿਆ, ਬੇਘਰਾ ਹੋ ਗਿਆ ਆਪਣਾ ਘਰ ਛੱਡ ਕੇ। ਤੇ ਇਹ ਕੀ ਹੋਇਆ ਕਿ ਬਿਲਕੁਲ ਸਾਗਰ ਦੀ ਬੂੰਦ ਵਾਂਗੂ ਜਿਹੜੀ ਗਰਮ ਹਵਾ ਦੇ ਆਖੇ ਲੱਗ ਕੇ ਬੱਦਲ ਬਣ ਲਈ ਆਪਣੇ ਘਰ ਨੂੰ ਛੱਡ ਗਈ ਸੀ, ਬਿਲਕੁਲ ਉਹਦੇ ਲਈ। ਉਹ ਕਹਿੰਦਾ ਆ ਤੈਨੂੰ ਉਤਲੀਆਂ ਆਕਾਸ਼ ਦੀਆਂ ਉਡਾਰਾਂ ਬੂੰਦ ਲਵਾ ਕੇ ਲਿਆਵਾਂ, ਤੂੰ ਸਾਗਰ 'ਚ ਰਹਿ ਕੇ ਕੀ ਕਰਨਾ। ਬੰਦੇ ਦਾ ਹਾਲ ਵੀ ਇਹੋ ਜਿਹਾ ਹੀ ਹੋ ਗਿਆ। ਇੱਕ ਪਾਸੇ ਹੁਣ ਨਾਮ ਸੀ ਤੇ ਦੂਜੇ ਪਾਸੇ ਮਾਨ ਹੈ। ਲੋ ਇਹ ਗੱਲ ਸਮਝ ਮਾਨੀ ਹੈ, ਇੱਕ ਪਾਸੇ ਨਾਮ ਸੀ, ਜੇ ਅੰਤਰਮੁਖੀ ਹੋ ਜਾਂਦਾ ਤੇ ਨਾਮ ਸੀ, ਹੁਣ ਬਾਹਰਮੁਖੀ ਕਿਉਂ ਹੋਇਆ, ਮਾਨ ਹੈ, ਹੰਕਾਰ ਹੈ, ਹਉਮੈ ਹੈ। ਜੋ ਇੱਕ ਪਾਸੇ ਨਾਮ ਸੀ ਤੇ ਦੂਜੇ ਪਾਸੇ ਮਾਨ ਹੈ, ਇੱਕ ਪਾਸੇ ਨਿਮਰਤਾ ਹੈ, ਦੂਜੇ ਪਾਸੇ ਹੰਕਾਰ ਹੈ। ਕੀ ਹੈ, ਨਾਮ ਨਾਲ ਮਿਲਾਪ ਸੀ ਤੇ ਮਾਨ ਨਾਲ ਵਿਛੋੜਾ ਸੀ। ਨਾਮ ਨਾਲ ਮਿਲਾਪ ਹੈ ਨਾ ਤੇ ਮਾਨ ਨਾਲ ਵਿਛੋੜਾ ਹੈ। ਦੇਖੋ ਕਿਆ ਸਤਿਗੁਰੂ ਕਿੰਨੀ ਡੂੰਘੀ ਫਿਲਾਸਫੀ ਦੱਸਦੇ ਨੇ। ਕਹਿੰਦੇ ਨੇ ਇੱਕ ਪਾਸੇ ਬੰਦਿਆ ਨਾਮ ਹੈ, ਇੱਕ ਪਾਸੇ ਮਾਨ ਹੈ, ਹੰਕਾਰ ਹੈ। ਬੰਦੇ ਨੇ ਚੁਣਿਆ ਕੀ, ਮਾਨ, ਉਹ ਛੱਡ ਨਾਮ ਨੂੰ ਕਿਹਨੇ ਦੇਖੇ ਕਈ ਏਦਾਂ ਦੇ ਨਾਮ ਵਾਲੇ। ਇਹ ਤਾਂ ਭਗਤ ਪ੍ਰਹਲਾਦ ਨੂੰ ਵੀ ਕਿਹਾ ਸੀ ਛੱਡ ਦੇ ਰਾਮ ਨਾਮ, ਪਰ ਉਹਨੇ ਨਹੀਂ ਛੱਡਿਆ। ਧਰੂ ਨੂੰ ਵੀ ਕਿਹਾ ਸੀ ਕੀ ਕਰਨਾ ਤੂੰ, ਛੱਡ ਦੇ ਇਹਨੂੰ, ਨਹੀਂ ਛੱਡਿਆ। ਕਬੀਰ ਜੀ ਨੂੰ ਵੀ ਕਿਹਾ ਸੀ, ਕਹਿੰਦੇ ਨਹੀਂ ਮੈਂ ਰਾਮ ਨਾਮ ਨਹੀਂ ਛੱਡ ਸਕਦਾ। ਇੱਕ ਪਾਸੇ ਦੁਨੀਆ ਦੀ ਪ੍ਰਤਿਸ਼ਠਾ ਸੀ, ਹਉਮੈ ਸੀ, ਹੰਕਾਰ ਸੀ, ਦੂਜੇ ਪਾਸੇ ਮਾਨ ਹੈ। ਤੇ ਗੁਰੂ ਕੇ ਪਿਆਰ ਵਾਲਿਓ, ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਦੇਖੋ ਇੱਕ ਜੇ ਨਾਮ ਹੈ ਤੇ ਮਾਨ ਹੈ, ਦੋਨੇ ਚੀਜ਼ਾਂ ਦਾ ਆਪਸ ਵਿੱਚ ਮੇਲ ਨਹੀਂ ਹੈ। ਜੇ ਮਾਨ ਹੈ ਤਾਂ ਨਾਮ ਨਹੀਂ, ਜੇ ਨਾਮ ਹੈ ਤਾਂ ਮਾਨ ਨਹੀਂ, ਦੋ ਗੱਲਾਂ ਦਾ ਆਪਸ ਵਿੱਚ ਮੇਲ ਨਹੀਂ ਹੋ ਸਕਦਾ। ਫਿਰ ਜੇ ਮਾਨ ਜਿਹੜਾ ਹੈ ਵਿਛੋੜਾ ਹੈ, ਹਉਮੈ ਜਿਹੜੀ ਹੈ ਕੀ ਹੈ, ਵਿਛੋੜਾ। ਮਾਨ ਕੀ, ਹੰਕਾਰ, ਹੰਕਾਰ ਕੀ ਹੈ, ਵਿਛੋੜਾ ਹੈ। ਇੱਕ ਪਾਸੇ ਹਉ ਖੜੀ ਹੈ ਤੇ ਦੂਜੇ ਪਾਸੇ ਹਰੀ ਖੜਾ ਹੈ। ਉਹ ਦੱਸੋ, ਇੱਕ ਪਾਸੇ ਹਉ ਹੈ, ਇੱਕ ਪਾਸੇ ਹਰੀ ਹੈ। ਹੁਣ ਜਿੱਥੇ ਹਉ ਹੈ ਉੱਥੇ ਹਰੀ ਨਹੀਂ ਹੈ, ਜਿੱਥੇ ਹਰੀ ਹੈ ਉੱਥੇ ਹਉ ਨਹੀਂ ਹੈ। ਜਿੱਥੇ ਹਰੀ, ਜੇ ਉਹਦਾ ਅੰਦਰ ਨੂੰ ਧਿਆਨ ਹੋ ਜਾਏ ਤੇ ਹਰੀ ਨਾ ਮਿਲ ਜਾਏ ਤੇ ਉੱਥੇ ਹਉ ਕੋਈ ਨਹੀਂ। ਫਿਰ ਤਾਂ ਸਭਨਾ ਦੀ ਚਰਨ ਧੂੜ ਵਾਲੀ ਗੱਲ ਹੋ ਜਾਂਦੀ ਹੈ, ਉੱਥੇ ਤਾਂ ਹੋ ਸਭਨਾ ਕੀ ਰੇਨਕਾ ਵਾਲੀ ਗੱਲ ਬਣ ਜਾਂਦੀ ਹੈ। ਦੇਖੋ ਕਿੰਨੀ ਗੁਰੂ ਪਾਤਸ਼ਾਹ ਕਹਿੰਦੇ, ਦੇਖੋ ਸਿੱਧੋ ਗੱਲ ਸਾਰੀ ਹੋਰ ਸਮਝਣ ਵਾਲੀ ਹੈ, ਮੁੱਦਾ ਸਾਰਾ ਹੋਰ ਹੈ। ਤੁਹਾਨੂੰ ਜਿਹੜੀ ਗੱਲ ਸਮਝ ਨਹੀਂ ਆਈ ਵੀ ਜਿੱਥੇ ਮਾਨ ਹੈ ਉੱਥੇ ਨਾਮ ਨਹੀਂ ਹੈ, ਜਿੱਥੇ ਨਾਮ ਹੈ ਉੱਥੇ ਮਾਨ ਹੈ। ਮਾਨ ਨਾਮ ਟਿਕਦਾ ਹੀ ਉੱਥੇ ਜਿੱਥੇ ਮਾਨ ਨਹੀਂ ਹੈ। ਇਹ ਹਉਮੈ ਮੂਲ ਕਾਰਨ ਹੈ ਸਾਡੇ ਵਿਛੋੜੇ ਦਾ, ਹਉਮੈ ਕਾਰਨ ਹੈ ਸਾਡੇ ਵਿਛੋੜੇ ਦਾ, ਮੂਲ ਕਾਰਨ ਹੈ। ਤਾਂ ਗੁਰੂ ਸਾਹਿਬ ਜੀ ਉਹਨਾਂ ਨੂੰ ਸਮਝਾਉਂਦੇ ਨੇ ਵੀ ਸਿੱਧੋ ਦੇਖੋ ਇਹ ਹੋ ਨਹੀਂ ਤੇ ਫਿਰ ਮਿਲਾਪ ਹੈ। ਤਾਂ ਗੁਰੂ ਸਾਹਿਬ ਜੀ ਨੇ ਇੱਥੇ ਕਿਹਾ ਹਉਮੈ ਨਾਵੇਂ ਨਾਲ ਵਿਰੋਧ ਹੈ। ਵਿਰੋਧ ਹੈ ਨਾ ਦੋਨਾਂ ਦਾ, ਹਉਮੈ ਦਾ ਕਿਹਦੇ ਨਾਲ, ਨਾਮ ਨਾਲ, ਨਾਵੇਂ ਨਾਲ ਵਿਰੋਧ ਹੈ। ਕਹਿੰਦੇ ਨੇ ਦੋਏ ਨਾ ਵਸੇ ਇੱਕ ਠਾਏ, ਦੋਨਾਂ ਦਾ ਟਿਕਾਣਾ ਇੱਕ ਜਗ੍ਹਾ ਨਹੀਂ ਹੋ ਸਕਦਾ। ਜਾਂ ਨਾਮ ਹੈ ਜਾਂ ਮਾਨ ਹੈ, ਜਾਂ ਹਉਮੈ ਹੈ ਜਾਂ ਮੈਂ ਪਰਮੇਸ਼ਰ ਹੈ, ਦੋ ਗੱਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਕਹਿੰਦੇ ਨੇ ਹਉਮੈ ਵਿੱਚ ਸੇਵਾ ਨਾ ਹੋ ਗਈ
ਤਾਂ ਮਨ ਬਿਰਥਾ ਜਾਏ। ਲਓ ਹੁਣ ਉਹਦਾ ਮੂਲ ਕਾਰਨ ਗੁਰੂ ਪਾਤਸ਼ਾਹ ਦੱਸਦਾ। ਉਹ ਕਹਿੰਦੇ ਵੀ ਸਿੱਧੋ ਦੇਖੋ, ਹੋਮੇ ਦਾ ਨਾਮ ਨਾਲ ਪਰਮੇਸ਼ਰ ਦੀ ਯਾਦ ਨਾਲ ਤਾਂ ਹੈਗਾ ਵਿਰੋਧ, ਪਰ ਹੋਮੇ ਵਿੱਚ ਪਰਮੇਸ਼ਰ ਯਾਦ ਵੀ ਨਹੀਂ ਹੋਣਾ। ਜਿੱਥੇ ਹੋਮ ਹੈ ਉੱਥੇ ਨਾਮ ਨਹੀਂ ਹੈ, ਉਹਦੀ ਯਾਦ ਵੀ ਨਹੀਂ ਹੁੰਦੀ। ਉਹ ਕਹਿੰਦਾ ਛੱਡ, ਹੋਮ ਮਾਰੂ ਹੋਮ ਬੰਧੂ ਛੋੜੂ, ਤੂੰ ਕੌਣ ਹੈ? ਮੈਂ ਤਾਂ ਮੇਰੀ ਹਵਾ ਵੱਲ ਕੋਈ ਨਹੀਂ ਦੇਖ ਸਕਦਾ। ਰੱਬ ਕੌਣ ਹੁੰਦਾ? ਰੱਬ ਰੁੱਬ ਕਿਹੜਾ ਰੱਖਿਆ? ਉਹ ਤਾਂ ਫਿਰ ਕਹਿੰਦਾ ਇੱਥੇ ਮੌਜਾਂ ਮਾਣੋ, ਇਹ ਜੱਗ ਮਿੱਠਾ, ਅਗਲਾ ਕਿਨੇ ਡਿੱਠਾ। ਉਹਦੇ ਗੱਲਾਂ ਕਰਦਾ। ਉਹ ਛੱਡ ਅਗਲੀਆਂ ਗੱਲਾਂ, ਕਿਨੇ ਦੇਖੀਆਂ, ਕਿਨੇ ਆਉਣਾ, ਕਿਨੇ ਜਾਣਾ, ਛੱਡ ਇਹਨਾਂ ਗੱਲਾਂ ਨੂੰ। ਹੋਈ ਹੈ ਨਾ ਸਾਡੀ ਜੀਵਨ ਦੀ ਖੇਡ ਤੇ ਹੋਈ ਹੈ, ਅਸੀਂ ਉਹੀ ਖੇਡ ਖੇਡਦੇ ਹਾਂ ਰੋਜ਼। ਕਹਿੰਦੇ ਹਉਮੈ ਦੇ ਕਰਕੇ, ਕਹਿੰਦੇ ਨੇ ਹਉਮੈ ਵਿੱਚ ਸੇਵਾ ਨਾ ਹੋ ਗਈ, ਨਾਮ ਨਹੀਂ ਜਪਿਆ ਜਾਂਦਾ, ਮੂਲ ਨੂੰ ਨਹੀਂ ਪਛਾਣਦਾ। ਤਾਂ ਹੀ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹਿਣ ਦੀ ਕੀ ਲੋੜ ਸੀ ਜੇ ਜੋਤ ਸਰੂਪ ਦੇ ਆਤਮਾ ਨੂੰ ਨਹੀਂ ਕਹਿਤਾ ਗੁਰੂ ਸਾਹਿਬ ਜੀ ਨੇ ਕਿਤੇ ਵੀ ਤੂੰ ਆਤਮਾ ਆਪਣੇ ਮੂਲ ਨਾਲ ਜੁੜ। ਉਹ ਤਾਂ ਜੁੜੀ ਹੋਈ ਹੈ, ਕਿਉਂਕਿ ਮਨ ਕੜੀ ਸੀ, ਮਨ ਨੇ ਜੁੜਨਾ ਸੀ। ਮਨ ਬਾਹਰ ਦਾ ਕੰਮ ਸਾਰਾ ਮਨ ਨੇ ਕਰਨਾ ਸੀ, ਆਤਮਾ ਨੇ ਉਹਨੂੰ ਸੰਦੇਸ਼ਾ ਦੇਣਾ। ਲੇਕਿਨ ਮਨ ਬਾਗੀ ਹੋ ਗਿਆ, ਹੰਕਾਰੀ ਹੋ ਗਿਆ, ਹਉਮੈ ਕਰ ਗਿਆ, ਆਪਣੇ ਮੇਰੀ ਚ ਫਸ ਗਿਆ। ਤੇ ਫਿਰ ਕੀ ਕਹਿੰਦੇ ਗੁਰੂ ਸਾਹਿਬ ਜੀ? ਕਹਿੰਦੇ ਦੇਖੋ ਬਈ, ਇਹ ਹਉਮੈ ਵਿੱਚ ਕਦੀ ਨਾਮ ਨਹੀਂ ਜਪਿਆ ਜਾਣਾ। ਤੇ ਫਿਰ ਕੀ ਹੈ? ਤਾਂ ਮਨ ਬਿਰਥਾ ਜਾਏ, ਤਾਂ ਜੀਵਨ ਵਿਅਰਥ ਚਲਾ ਗਿਆ। ਉਹਦੀ ਜਿਹੜੀ ਜੀਵਨ ਦੀ ਕਹਾਣੀ ਜਿਹੜੀ ਸੀ ਏਦਾਂ ਹੀ ਮੁੱਕ ਗਈ। ਉਹ ਮੁੱਕ ਗਈ ਤਾਂ ਫਿਰ ਜਨਮ ਲਵੇਗਾ। ਹੁਣ ਕਈ ਵਾਰੀ ਅਸੀਂ ਕਹਿੰਦੇ ਨੇ ਮਨ ਹੀ ਜਨਮ ਲੈਂਦਾ। ਮਨ ਜਨਮ ਨਹੀਂ ਲੈਂਦਾ। ਮਨ ਤਾਂ ਇੱਕ ਉਸ ਪਰਮੇਸ਼ਰ ਦੀ ਬਣਾਈ ਹੋਈ ਚੀਜ਼ ਹੈ। ਜਦੋਂ ਵੀ ਹਰ ਪਰਮੇਸ਼ਰ ਨੇ ਜਨਮ ਦੇਣਾ, ਆਤਮਾ ਜ਼ਰੂਰ ਰੱਖਣੀ ਹੈ ਤੇ ਮਨ ਦਾ ਵਾਸਾ ਵੀ ਜ਼ਰੂਰ ਹੋਣਾ ਹੈ। ਇਹ ਕਹਿ ਸਕਦੇ ਹਾਂ ਕਿ ਕੀਤੇ ਹੋਏ ਕਰਮਾਂ ਕਰਕੇ, ਹੰਕਾਰ ਕਰਕੇ, ਅਭਿਮਾਨ ਕਰਕੇ, ਹਉਮੈ ਕਰਕੇ, ਪ੍ਰਭੂ ਤੋਂ ਦੂਰੀ ਕਰਕੇ, ਇਸ ਮਨ ਦੀ ਬੇਸਮਝੀ ਕਰਕੇ, ਮਨ ਦੀ ਆਕੜ ਕਰਕੇ ਮਨੁੱਖ ਜਿਹੜਾ ਸੀ ਉਹਦਾ ਜਨਮ ਮਰਨ ਦੇ ਕਹਿੰਦੇ ਤਾਣਾ ਤਣਿਆ ਜਾਂਦਾ ਹੈ, ਉਹਦਾ ਕਾਰਨ ਬਣਿਆ ਜਾਂਦਾ ਹੈ। ਹੁਣ ਫਿਰ ਕਹਿੰਦੇ ਨੇ ਪਿਛਲੇ ਸੰਸਕਾਰ ਕਿਹਨੇ ਦੇਖੇ ਸੀ? ਕਿ ਜੇ ਪਿਛਲੇ ਸੰਸਕਾਰ ਦੀ ਗੱਲ ਨਹੀਂ ਤੇ ਫਿਰ ਜਨਮ ਕਿਉਂ ਹੋਇਆ ਦੁਬਾਰਾ? ਜਨਮ ਹੋਣਾ ਹੀ ਸਭ ਤੋਂ ਵੱਡਾ ਦੁੱਖ ਹੈ। ਖਿਆਲ ਕਰਨਾ, ਜਨਮ ਤੇ ਮਰਨ ਦਾ ਦੁੱਖ ਸਭ ਤੋਂ ਵੱਡੇ ਦੋ ਦੁੱਖ ਨੇ ਜੀਵਨ ਦੇ ਵਿੱਚ। ਗੁਰੂ ਸਾਹਿਬ ਜੀ ਨੇ ਦੁੱਖ ਵਿਛੋੜੇ ਦੀ ਵੀ ਗੱਲ ਕੀਤੀ ਹੈ, ਜੰਮਣ ਦੀ ਗੱਲ ਵੀ ਕੀਤੀ ਹੈ, ਮਰਨ ਦੀ ਗੱਲ ਵੀ ਕੀਤੀ ਹੈ। ਵੀ ਦੋ ਦੁੱਖ ਜ਼ਿੰਦਗੀ ਦੇ ਸਭ ਤੋਂ ਵੱਡੇ ਨੇ, ਬਾਕੀ ਦੁੱਖ ਕੁਛ ਵੀ ਨਹੀਂ ਉਹਦੇ ਮੁਕਾਬਲੇ। ਇੱਕ ਹੈ ਜਨਮ ਦਾ ਦੁੱਖ ਤੇ ਇੱਕ ਹੈ ਮਰਨ ਦਾ ਦੁੱਖ। ਫਿਰ ਇਹ ਕਿਉਂ ਬਣਿਆ? ਮਨ ਦੇ ਕੀਤੇ ਹੋਏ ਉਹਨਾਂ ਕਰਮਾਂ ਕਰਕੇ ਸਾਡਾ ਜਨਮ ਮਰਨ ਦਾ ਤਾਣਾ ਜਿਹੜਾ ਸੀ ਉਹ ਤਣਿਆ ਜਾਂਦਾ ਰਿਹਾ। ਫਿਰ ਮਨ ਨੇ ਸੰਸਕਾਰ ਸ਼ੁਰੂ ਕਰਨੇ ਆ। ਜਦੋਂ ਵੀ ਮਨੁੱਖ ਦਾ ਜਨਮ ਮਿਲਣਾ ਫਿਰ ਆਪਣੀ ਖੇਡ ਖੇਡੇਗਾ। ਜੇ ਸਮਝ ਗਿਆ ਤੇ ਜਨਮ ਮਰਨ ਮੁੱਕ ਜਾਏਗਾ, ਨਹੀਂ ਸਮਝਿਆ ਤੇ ਤਾਣਾ ਤੁਰਿਆ ਜਾਏਗਾ। ਜਗਤ ਇਦਾਂ ਹੀ ਖੇਡ ਖੇਡਦਾ ਜਾਏਗਾ, ਇਹ ਜਗਤ ਇਦਾਂ ਤੁਰਿਆ ਜਾਏਗਾ। ਤੋ ਇੱਥੇ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਹਉ ਕਰਕੇ ਜੀਵ ਹਰੀ ਨਾਲੋਂ ਵੱਖਰਾ ਹੋ ਗਿਆ। ਹਉਮੈ ਕਰਕੇ ਇਹਨਾਂ ਦਾ ਆਪਸ ਚ ਵਿਰੋਧ ਹੈ। ਪਰਮੇਸ਼ਰ ਦੇ ਨਾਮ ਦਾ ਤੇ ਪ੍ਰਮਾਤਮਾ ਦੇ ਹਉਮੈ ਦਾ ਆਪਸ ਚ ਵਿਰੋਧ ਹੈ। ਦੋਨੇ ਇਕੱਠੇ ਰਹਿ ਨਹੀਂ ਸਕਦੇ। ਹਉ ਨੇ ਹਰੀ ਨਾਲੋਂ ਵਿਛੋੜਾ ਖੜਾ ਕਰ ਦਿੱਤਾ। ਹਉ ਕਰਕੇ ਜੀਵ ਹਰੀ ਨਾਲੋਂ ਵੱਖਰਾ ਹੋ ਗਿਆ, ਬਿਲਕੁਲ ਉਸ ਪਾਣੀ ਦੀ ਬੂੰਦ ਵਾਂਗੂ ਜੋ ਮੂਲ ਆਪਣੇ ਸਾਗਰ ਤੋਂ ਅਲੱਗ ਹੋ ਗਈ। ਇਸ ਕਰਕੇ ਵੀ ਮੈਂ ਗਗਨ ਦੀਆਂ ਉਡਾਰੀਆਂ ਲਾਵਾਂਗੀ, ਆਕਾਸ਼ ਦੀਆਂ ਉਡਾਰਾਂ ਲਾਵਾਂਗੀ, ਮੌਜਾਂ ਕਰਾਂਗੀ, ਇੱਥੇ ਸਾਗਰ ਵਿੱਚ ਹਰ ਵੇਲੇ ਇੱਕੋ ਸਮੁੰਦਰ 'ਚ ਹੀ ਰਹਿਣਾ। ਉਹੀ ਹਾਲ ਹੈ ਨਾ ਸਾਡੇ ਮਨ ਦਾ। ਉਹ ਛੱਡ ਅੰਦਰ ਕੀ ਰਹਿਣਾ, ਅੰਦਰਮੁਖੀ ਕਿਉਂ ਹੋਣਾ? ਬਾਹਰ ਨੂੰ ਦੇਖ, ਦੁਨੀਆ ਦੇ ਪਦਾਰਥਾਂ ਦਾ ਰੰਗ, ਮੌਜਾਂ ਦੇਖ, ਤਮਾਸ਼ਾ ਦੇਖ। ਫਿਰ ਦੇਖਾਂਗੇ ਕਦੀ ਬੁੱਢੇ ਹੋ ਗਏ, ਮਰ ਕੇ ਰੱਬ ਦਾ ਨਾਂ ਲੈ ਲਾਂਗੇ ਜੇ ਬੜੀ ਉਮਰ ਪਈ ਹੈ। ਮਨ ਇਹੋ ਹੀ ਸਮਝਾਉਂਦਾ ਨਾ ਸਾਨੂੰ। ਇਹੋ ਹੀ ਦਲੀਲਾਂ ਨਾ ਦੁਨੀਆਦਾਰੀ ਦੀਆਂ। ਅਸੀਂ ਰੋਜ਼ ਦਲੀਲਾਂ ਲੈਂਦੇ ਇੱਕ ਦੂਜੇ ਦੀਆਂ ਸੁਣਦੇ ਹਾਂ। ਤੇ ਮਨ ਹੈ ਕਿ ਅਸਲੀ ਮੂਲ ਕਾਰਨ ਕੀ ਹੈ? ਕਿ ਮੂਲ ਕਾਰਨ ਹਉਮੈ ਹੈ। ਉਹਦਾ ਹਉਮੈ ਜਿਹੜਾ ਵਿਛੋੜੇ ਦਾ ਕਾਰਨ ਹੈ। ਤੋ ਇਹ ਜੀਵ ਹਰੀ ਨਾਲ ਵੱਖਰਾ ਹੋ ਗਿਆ ਉਸ ਪਾਣੀ ਦੀ ਬੂੰਦ ਵਾਂਗੂ। ਆਪਣੀ ਵੱਖਰੀ ਹੋਣ ਦੀ ਲਾਲਸਾ ਨੇ ਹੀ ਇਹਨੂੰ ਵੱਖਰਾ ਕੀਤਾ। ਖਿਆਲ ਕਰਨਾ, ਵੱਖਰੀ ਹੋਣ ਦੀ ਲਾਲਸਾ ਨੇ ਇਹਨੂੰ ਵੱਖਰਾ ਕੀਤਾ ਸੀ। ਅੱਛਾ ਮੈਂ ਵੀ ਕੁਛ ਹਾਂ। ਜਦੋਂ ਮੈਂ ਕੁਛ ਹਾਂ ਦੀ ਗੱਲ ਆਈ, ਉਦੋਂ ਜੀਵ ਦਾ ਪਰਮੇਸ਼ਰ ਨਾਲੋਂ ਉਹਦੀ ਦੂਰੀ, ਆਪਣੇ ਮੂਲ ਨਾਲੋਂ ਜਿਹੜੀ ਦੂਰੀ ਬਣ ਗਈ। ਆਪਣੀ ਵੱਖਰੀ ਹੋਣ ਦੀ ਮਨੁੱਖ ਨੂੰ ਬਾਰ-ਬਾਰ ਜਨਮ ਦਾ ਕਾਰਨ ਬਣਦੀ ਹੈ। ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ ਇਹ ਬਚਨ ਹੈ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੀ ਇਹੀ ਬੰਧਨਾ, ਫਿਰ ਜੂਨੀ ਪਾਏ। ਆਪਾਂ ਆਸਾ ਕੀ ਵਾਰਸ ਪੜ੍ਹਦੇ ਆ ਨਾ। ਉਹ ਕਹਿੰਦੇ ਨੇ ਸੁਭਾਅ ਕੀ ਹੈ ਫਿਰ ਇਹਦਾ ਹਉਮੈ ਦਾ? ਹਉਮੈ ਜਾਤ ਦਾ ਮਤਲਬ ਸੁਭਾਅ। ਹਉਮੈ ਦਾ ਸੁਭਾਅ ਕੀ ਹੈ? ਮਨੁੱਖ ਦਾ ਸੁਭਾਅ ਕੀ ਹੈ? ਮੈਂ, ਮੇਰੀ, ਕਹਿੰਦੇ ਉਹਦਾ ਸੁਭਾਅ ਇਹੋ ਹੈ। ਬੰਧਨਾਂ ਵਿੱਚ ਵੀ ਇਹਦੇ ਕਰਕੇ ਬੱਝਾ ਹੋਇਆ। ਇਹ ਸਿੱਧੋ ਵੱਖਰੀ ਹੋਣ ਦੇ ਬੰਧਨ ਹਨ। ਇਹ ਵੱਖਰੀ ਹੋਣ ਦੇ ਆਸਰੇ ਹੀ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪੀ ਜੰਜੀਰਾਂ ਵੀ ਇਹੋ ਹੀ ਹਨ। ਸੰਸਕਾਰ ਰੂਪੀ ਜੰਜੀਰਾਂ ਵੀ ਸਿੱਧੋ ਇਹੋ ਹੀ ਹਨ।
जिन्हां दे अंदर घेरे हुए जीव मुड़ मुड़ के जन्म लेंदे आ, मुड़ मुड़ के मरदे आ ते सारी जिंदगी जिहड़े दुख ही सहेड़दे रहिंदे आ। तो ये कुछ फिलोसफी है जिहड़ी गुरु साहब जी की बाणी दे विच है भी जदों जीव बनिया सी। मैं समाप्ति वाले पासे जावां, बाकी विचार अगली पौड़ी दे नाल असीं कर लांगे, समा हो गया। ते जे जदों जीव बनिया सी उदों मालिक ने इन्हां नूं होंद बनाई सी, इस करके भी तुसीं अपने मूल नाल जुड़िया रहो। पर मन घर बट्टिया होया, हंकार भी, दो चीज़ां गुरु साहब जी ने नालों नाल दित्तियां, एक मन तों जोत स्वरूप है ते दूजा मन तों गर्भ अट्टिया। गुरु अमरदास महाराज का जिहड़ा शब्द आउंदा, दोने सारे पक्ष साडे सामने रख दिते भी है तू जोत स्वरूप, पर तू हंकार करके जोत तो वखरा हो गया, मूल तो वखरा हो गया, ते हंकार करके तेरा हौमे पैदा हो गई। जदों तू वखरापन हो गया तो फिर तेरा जन्म जिहड़ा सी वो ताणिया गया। तो ये जगत की खेड़ मनुख की हौमे विचों पैदा हुई है। परमेश्वर ने जदों बनाया सी उदों उन्हें सिर्फ सानू इस संसार की धरती ते बना के भेजिया सी। हुण ये गेड़ा जिहड़ा चलिया साडी हौं करके ते हौमे करके चलिया। ये गल सतगुरु जवाब दिंदे बई, कित कित बिद जग उपजै पुरखा, कित कित दुख बिन सजाई, हौमे विच जग उपजै पुरखा, नाम विसरै दुख पाई। ये प्रभु का नाम विसर जाए तो फिर मनुख जिहड़ा है ये दुखी हुंदा है। तो सतगुरु जी कृपा करन। मैं फिर बेनती करदे हां भी ये कोई विचार आखिरी विचार नहीं है। ਇਹਦੇ ਲਈ ਹੋਰ ਡੂੰਗੀ ਸਮਝ ਕਿਸੇ ਨੂੰ ਹੋਵੇ ਉਹ ਵੀ ਆਪਣੀ ਸਾਂਝੀ ਕਰ ਸਕਦਾ ਹੈ ਜਿੰਨੀ ਕੁ ਸਮਝ। ਕਿਉਂਕਿ ਮੈਂ ਫਿਰ ਬੇਨਤੀ ਕਰਦਾ, ਮੈਨੂੰ ਜਿੰਨੀ ਕੁ ਸਮਝ ਆਈ, ਜੋ ਸਮਝਾ ਕੇ ਗੁਰੂ ਨੇ ਬੁੱਧੀ ਬਖਸ਼ੀ ਜਾਂ ਜਿੰਨੀ ਸੋਚ ਬਖਸ਼ੀ, ਪਹਿਲਾਂ ਤਾਂ ਦੱਸਿਆ ਵੀ 2 ਦਿਨ ਦਾ ਗੇੜਾ ਇੱਦਾਂ ਚੱਲਦਾ ਰਿਹਾ ਤੇ ਕਿਵੇਂ ਹੋਏਗਾ। ਇੱਕੋ ਹੀ ਸਵਾਲ ਸੀ ਵੀ ਹਉਮੈ ਚੋਂ ਜਗ ਕਿੱਦਾਂ ਪੈਦਾ ਹੋ ਗਿਆ। ਜਗ ਤਾਂ ਪਰਮੇਸ਼ਰ ਨੇ ਬਣਾਇਆ। ਇਸ ਗੱਲ ਨੂੰ ਸਮਝਣ ਲਈ ਇੰਨਾ ਸਮਾਂ ਜਿਹੜਾ ਸੀ ਉਹ ਲੱਗ ਗਿਆ। ਤੇ ਹੋ ਸਕਦਾ ਇਹਦੇ ਨਾਲ ਅਜੇ ਵੀ ਕਲੈਰਿਟੀ ਨਾ ਹੋਈ ਹੋਵੇ, ਕਿ ਸਵਾਲ ਹੀ ਇਹੋ ਜਿਹਾ ਹੈ। ਤੇ ਫਿਰ ਮੈਂ ਬੇਨਤੀ ਕਰਾਂਗਾ ਵੀ ਜੇ ਕੋਈ ਸੁਝਾਅ ਹੁਣ ਉਹ ਪੈਨਲ ਨੂੰ ਜਾਂ ਵੀਰ ਰਾਜਾ ਸਿੰਘ ਜੀ ਨੂੰ ਲਿਖ ਕੇ ਭੇਜ ਦੇਵੇ, ਤੇ ਜੇ ਮੈਨੂੰ ਵੀ ਭੇਜ ਸਕਦੇ ਹੋ ਤਾਂ ਭੇਜ ਦੇਣਾ, ਤਾਂ ਕਿ ਆਪਾਂ ਹੋਰ ਇਹਦੀ ਵਿਆਖਿਆ ਅਗਲੇ ਮੰਗਲਵਾਰ ਨੂੰ ਅਸੀਂ ਇਹਦੀ ਇਸ ਪੌੜੀ ਦੇ ਨਾਲ ਅਗਲੀ ਪੌੜੀ ਦੀ ਵਿਚਾਰ ਵੀ ਕੋਸ਼ਿਸ਼ ਕਰਾਂਗੇ ਸਾਡੀ ਇਕੱਠੀ ਹੋ ਜਾਏ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ, ਔਰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਪਿਆਰ ਸਹਿ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।